जय गुरुदेव, जय भीम, जय भारत। आज़ाद टीवी लैके आ रहा है तुहाडे सामने कौम की सोच हर वीरवार की तरह। आओ सतगुरु दास महाराज आसरा लैके प्रोग्राम की शुरुआत करते हैं। साडा मकसद किसी दी भावना नूं ठेस पहुँचाउणा नहीं, साडा मकसद है समाज में हो रही गतिविधियां नूं तुहाडे तक पहुँचाउणा। तो आप सारे जानते हैं कि बाबा साहब की जयंती जो 14 तरीक नूं दुनिया के कोने कोने में मनाई जा रही है, तो असी भी अज बाबा साहब की जयंती जो है उसनूं याद करांगे, बाबा साहब के किए हुए उपकारां नूं याद करांगे। तो आओ पहला असी एक गीत सुनते हैं, उस तो बाद असी तुहाडे रूबरू होवांगे ते साडे जो मेहमान है उन्हां नाल गलबात करावांगे जी। जो बोले सो निर्भय गुरु प्यारी साध संगत जीओ, धन धन जगत गुरु रविदास महाराज 642वां गुरपुरब श्री गुरु रविदास दरबार बहरगाम की प्रबंधक कमेटी ते सारियां संगतां वालों बड़े ही प्यार ते सत्कार दे नाल मनाया जा रहा है। 27 अप्रैल नूं शनिवार नूं 2:30 बजे शोभा यात्रा की जिहड़ी आरंभता होगी और 28 तरीक नूं सतगुरु रविदास महाराज गुरपुरब जिहड़ा सारियां संगतां वालों मनाया जा रहा है। पूरे विश्व दीयां संगतां नूं श्री गुरु रविदास दरबार बहरगाम की प्रबंधक कमेटी के सारियां संगतां वालों खुला सदा है कि 27 ते 28 अप्रैल नूं श्री गुरु रविदास दरबार 24 दिनों बहरगाम विखे पहुंच के सतगुरु रविदास महाराज जी इलाही बाणी का आनंद माणना है। सब नूं प्यार भरी जय गुरुदेव, धन गुरुदेव जी। जो बोले सो निर्भय गुरु रविदास शक्ति, गुरु रविदास शक्ति, गुरु रविदास शक्ति। जय गुरुदेव, धन गुरुदेव।
ਤੁਸੀਂ ਹੁਣ ਬਾਬਾ ਸਾਹਿਬ ਦਾ ਗੀਤ ਸੁਣਿਆ, ਰੰਬੇ ਤੇ ਝਾੜੂ ਦੀ ਥਾਂ ਕਲਮ ਫੜਾ ਗਿਆ। ਲੇਕਿਨ ਅੱਜ ਪਹਿਲਾਂ ਅਸੀਂ ਬਾਬਾ ਸਾਹਿਬ ਤੇ ਬਾਅਦ 'ਚ ਗੱਲ ਕਰਾਂਗੇ। ਅੱਜ ਦਾ ਦਿਨ ਜੋ 11 ਤਰੀਕ ਹੈ, ਅੱਜ ਅਪ੍ਰੈਲ ਦੀ, ਬੜਾ ਹੀ ਮਹੱਤਵਪੂਰਨ ਦਿਨ ਹੈ, ਕਿਉਂ ਅੱਜ ਦੇ ਦਿਨ ਜੋਤੀਬਾਈ ਫੂਲੇ ਜੀ ਉਹਨਾਂ ਦਾ ਜਨਮ ਹੈ। ਅੱਜ ਦਾ ਜਿਹੜਾ ਅੱਜ ਦਾ ਦਿਨ ਹੈ, ਅੱਜ ਦੇ ਦਿਨ ਹੀ ਸਾਡੇ ਵਾਲੇ ਪ੍ਰੋਗਰਾਮ 'ਚ ਆਇਆ, ਅਤੇ ਅਸੀਂ ਉਸ ਦੇ ਉਹਨਾਂ ਦੇ ਜਨਮ ਦਿਨ 'ਤੇ ਸਾਰੇ ਸੰਸਾਰ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਅਤੇ ਮੇਰੇ ਨਾਲ ਸੱਜੇ ਹੱਥ ਖੱਬੇ ਹੱਥ ਮੇਰੇ ਵੀਰ ਅਰਵਿੰਦਰ ਚੌਹਾਨ ਜੀ, ਜੈ ਗੁਰਦੇਵ ਜੈ ਭੀਮ ਜੀ। ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਤੇ ਸਾਡੇ ਨਾਲ ਡਾਕਟਰ ਜੀ ਸ਼੍ਰੀਕਾਂਤ ਜੀ, ਜੈ ਗੁਰਦੇਵ ਜੈ ਭੀਮ ਜੀ। ਜੈ ਗੁਰਦੇਵ ਜੈ ਭੀਮ ਜੀ। ਤੇ ਡਾਕਟਰ ਸਾਹਿਬ, ਮੈਂ ਸਿੱਧਾ ਹੀ ਤੁਹਾਡੇ ਵੱਲ ਆਉਣਾ ਕਿ ਜੋਤੀਬਾਈ ਫੂਲੇ ਜੀ, ਕਿਉਂਕਿ ਉਹਨਾਂ ਦਾ ਜਨਮ ਦਿਨ ਹੈ, ਤੁਹਾਡਾ ਵੀ ਹੱਕ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅੱਜ ਅਸੀਂ ਮੁਬਾਰਕਾਂ दीजिए। सही, आपने सही कहा। भारत भूमि में, आधुनिक भारत में सबसे पहले सामाजिक क्रांति के प्रणेता जो थे वो राष्ट्रपिता ज्योतिबा फुले थे, और उन्होंने हमारे समाज को इकट्ठा लाने के लिए जो सबसे पहला जो एक इक्वेशन दिया था, स्त्री शूद्राति शूद्र विरुद्ध शेठ जी और भट्ट जी यानी ब्राह्मण और बनिया, तो ऐसे महापुरुष को हम आज नमन करते हैं उनके जयंती के उपलक्ष्य में, और आने वाले दिनों में भी उनकी विचारधारा को और बाबा साहब की विचारधारा को हम साथ में लेकर चलेंगे, ऐसी अपेक्षा करते हैं। हाँ जी चौहान जी। देखो जी, जिस तरह ने डॉक्टर साहब ने दसिया ਵੀ ਜੋਤੀਰਾਏ ਫੂਲੇ ਉਹਨਾਂ ਨੇ ਜੋ ਕੰਮ ਕੀਤਾ ਸਾਡੇ ਲਈ, ਬਾਬਾ ਸਾਹਿਬ ਤੋਂ ਪਹਿਲਾਂ ਜਾਂ ਉਦੋਂ ਬਾਬਾ ਸਾਹਿਬ ਨੇ ਉਹਨਾਂ ਦਾ ਜੋ ਇੱਕ ਫਿਲਾਸਫੀ ਸੀ ਉਹਨਾਂ ਨੂੰ ਅੱਗੇ ਲੈ ਗਿਆ, ਜਿੱਥੇ ਸਾਡੀਆਂ ਭੈਣਾਂ ਨੂੰ, ਸਾਡੇ ਮਾਵਾਂ ਨੂੰ ਜਿੱਥੇ ਕੋਈ ਉਹ ਇੰਨਾ ਰੋਲਿਆ ਜਾ ਰਿਹਾ ਸੀ, ਇੰਨਾ ਤੰਗ ਕੀਤਾ ਜਾ ਰਿਹਾ ਸੀ, ਉਹ ਇੱਕ ਪਹਿਲੇ ਸੱਜਣਾ ਜਿਨ੍ਹਾਂ ਨੇ ਐਜੂਕੇਸ਼ਨ ਸ਼ੁਰੂ ਕਰਕੇ ਸਾਨੂੰ ਸਾਰਿਆਂ ਨੂੰ ਹੱਕ ਦਵਾਏ। ਇਹਦੇ ਕਰਕੇ ਉਸ ਕਰਕੇ ਹੀ ਅਸੀਂ ਅੱਜ ਇਸ ਤਰ੍ਹਾਂ ਸਟੇਜਾਂ 'ਤੇ ਬੈਠ ਕੇ ਅਸੀਂ ਆਪਣੀ ਕਮਿਊਨਿਟੀ ਨੂੰ, ਆਪਣੇ ਸਾਰੀਆਂ ਜਿੰਨੀਆਂ ਸਾਡੀਆਂ ਭੈਣਾਂ, ਉਹ ਅੱਗੇ ਐਸ ਕਰਕੇ ਉਹਨਾਂ ਦੇ ਸਿਰ 'ਤੇ ਉਹ ਅੱਜ ਉਹ ਮੌਜਾਂ ਕਰ ਰਹੀਆਂ ਜੀ। ਕਿਉਂਕਿ 11 ਅਪ੍ਰੈਲ 1827 ਦਾ ਦਿਨ ਬੜਾ ਮਹੱਤਵਪੂਰਨ ਹੈ, ਅਤੇ ਅਸੀਂ ਉਹਨਾਂ ਨੂੰ ਫਿਰ ਉਹਨਾਂ ਦੇ ਜਨਮ ਦਿਨ 'ਤੇ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਕਿ ਜੋ ਸਵਿਤਰੀ ਫੂਲੇ ਜੀ ਉਹਨਾਂ ਨੇ ਵੀ ਸਕੂਲ ਖੋਲ੍ਹਿਆ, ਫਿਰ ਐਜੂਕੇਸ਼ਨ ਦਿੱਤੀ ਉਹਨਾਂ ਨੇ ਟੀਚਰ ਦੇ ਤੌਰ ਦੇ ਉੱਤੇ। ਅਸੀਂ ਉਸ ਦੇ ਉੱਤੇ ਹੁਣ ਜ਼ਿਆਦਾ ਗੱਲ ਨਾ ਕਰਦੇ ਕਿ ਅਸੀਂ ਬਾਬਾ ਸਾਹਿਬ ਦਾ, ਕਿਉਂਕਿ ਪਾਇਆ 14 ਤਰੀਕ ਨੂੰ ਜਯੰਤੀ ਆ ਰਹੀ ਆ, ਅਤੇ ਬਾਬਾ ਸਾਹਿਬ ਦੇ ਉੱਤੇ ਜਿਹੜੇ ਕਾਲਰ ਜਿਹੜੇ ਵੀ ਸਾਨੂੰ ਫੋਨ ਕਰਨਗੇ, ਉਹ ਤੁਸੀਂ ਆਪਣੇ ਜੋਤੀਬਾਈ ਫੂਲੇ ਜੀ ਨੂੰ ਹੀ ਔਰ ਬਾਬਾ ਸਾਹਿਬ ਦੇ ਬਾਰੇ ਵੀ ਗੱਲ ਕਰ ਸਕਦੇ, ਖੁੱਲ੍ਹ ਕੇ ਗੱਲ ਕਰ ਸਕਦੇ ਆ। ਅਤੇ ਅਸੀਂ ਹੁਣ ਬਾਬਾ ਸਾਹਿਬ ਦੀ, ਕਿਉਂਕਿ ਜੋ ਬਾਬਾ ਸਾਹਿਬ ਨੇ ਦੇਖੋ ਲਾਅ ਮਿਨਿਸਟਰ ਹੁੰਦਿਆਂ ਹੋਇਆ ਅਸਤੀਫਾ ਦੇ ਦਿੱਤਾ ਸੀ, ਲੇਕਿਨ ਅੱਜ ਸਾਡੇ ਪਿੰਡ ਦੇ ਵਿੱਚ ਸਰਪੰਚ ਪੰਚ ਬਣ ਜਾਏ, ਜੇ ਉਸ ਨੂੰ ਕੋਈ ਗੱਲ ਦਾ ਪਤਾ ਲੱਗਦਾ, ਉਸ ਤੋਂ ਅਸਤੀਫਾ ਨਹੀਂ ਦੇ ਸਕਦਾ ਕਿ ਇੱਕ ਲਾਅ ਮਿਨਿਸਟਰ ਹੁੰਦਿਆਂ ਹੋਇਆ ਬਾਬਾ ਸਾਹਿਬ ਨੇ ਅਸਤੀਫਾ ਦੇ ਦਿੱਤਾ। ਕਿਉਂ ਦਿੱਤਾ ਇਹ ਡਾਕਟਰ ਸਾਹਿਬ, ਉਹਨਾਂ ਨੇ ਬਾਬਾ ਸਾਹਿਬ ਨੇ ਅਸਤੀਫਾ ਕਿਉਂ ਦਿੱਤਾ ਸੀਗਾ, ਜਿਹੜਾ ਕੀ ਰੀਜ਼ਨ ਸੀ? देखिए, आज जहां हम देखते हैं कि हमारे में से एक आदि बंदा जब हमारा नुमाइंदा नेता बन जाता है या उसको थोड़ा नामचीन हो जाता है, तो वो सत्ता और कुर्सी से इतना ऐसा चिटक जाता है, ऐसा स्टिक हो जाता है कि उसको निकाले नहीं लिखता, जान वो मरे तक छोड़ना नहीं चाहता। तो ऐसी अवस्था में बाबा साहब जैसे जो हमारे महान पुरखे थे, जिन्होंने कैबिनेट मंत्री का उनको जो पोजीशन थी उसको भी लात मार दी नेहरू कैबिनेट में, तो क्योंकि बाबा साहब की राजनीति विचारों की राजनीति थी, उनके जो उसूल थे, जो उनका एक उद्देश्य था, जिनमें वो हमारे दबे कुचले समाज को ऊपर लाना चाहते थे, और इस उद्देश्य के आड़े जो भी आएगा उसको वो लात मारने के लिए तैयार रहते थे। तो नेहरू मंत्रिमंडल से बाबा साहब का जो इस्तीफा था, वो आज के तमाम जो हमारे नेता है और दूसरे भी नेता है, उनके लिए एक बहुत बड़ा आई ओपनर है। दरअसल बाबा साहब, जैसा थोड़ी देर पहले चौहान जी ने भी कहा, बाबा साहब और फुले इनकी विचारधारा एक जैसी मिलती थी। सबसे पहले भारतीय उपखंड में महिलाओं के लिए स्कूल शुरू किया होगा 1848 में, तो वो राष्ट्रपिता महात्मा फुले जी ने किया था। उसके पहले औरतों को सीखने का, पढ़ने का अधिकार नहीं था। और इतना ही नहीं, सिर्फ SC ST OBC की औरत ही नहीं, ब्राह्मणों की औरतों को पढ़ने लिखने का अधिकार नहीं था। ब्राह्मणियों को भी शूद्रा कहा जाता था। इसीलिए जब फुले ने यह मंत्र दिया कि स्त्री शूद्र अतिशूद्र विरुद्ध ब्राह्मण और बनिया, तो उन्हीं के नक्शे कदम पर चलते हुए जब बाबा साहब संविधान सभा में पहुंचे और उन्होंने जब संविधान बनाया, तो बाबा साहब को पता था कि भारत की जो सभ्यता है, जिसको हिंदू सभ्यता कहते हैं, हिंदू संस्कृति कहते हैं, मनुवादी संस्कृति जिसको कहते हैं, उस व्यवस्था की सबसे बुरी तरह से जो शोषित है, उसकी जो पीड़ित है, उसके जो शिकार है, वो भारत की महिलाएं हैं
और शूद्र और अतिशूद्र लोग हैं, और बाद में ओबीसी भी आते हैं, और ये सारी कम्युनिटी की महिलाएं। तो बाबा साहब ने जब संविधान लिखना शुरू किया तो बाबा साहब चाहते थे कि हिंदू जो संहिता है, हिंदुओं के जो ब्राह्मणों की जो धर्मशास्त्र है, वो धर्मशास्त्र जो विषमता को पैदा करते हैं और ब्राह्मण को सबसे ऊपर रखते हैं और बाकी सब लोगों को दबाने कुचलने की उनको छूट दे देते हैं। तो उस धर्मशास्त्र को बदलने के लिए बाबा साहब ने एक हिंदू कोड बिल का एक मसौदा तैयार किया जी। इस कोड बिल के अंतर्गत बाबा साहब भारत की जो तमाम स्त्रियां हैं, वो चाहे ब्राह्मणी रहो या एससी रहो, एसटी रहो, इन सारे स्त्रियों को बाबा साहब ने अधिकार दिए पुरुष के बराबरी के। इसीलिए यूरोप में महिलाओं को अधिकार बाद में मिले, लेकिन 1949 में बाबा साहब ने पहली संविधान सभा में लिखकर भारत की तमाम महिलाओं के लिए अधिकार दिए। ये बात बहुत से महिलाओं को भी पता नहीं है, जो महिलाएं आज बड़े बड़े सत्ता और पदों पर आसीन हैं, उनके बात पता नहीं है। तो बाबा साहब ने जब उस हिंदू कोड बिल में जब उसके ऊपर चर्चा चल रही थी संविधान सभा में, तो बाबा साहब ने कहा था कि अब तक ऐसा हुआ है कि बाप के संपत्ति में बेटी को अधिकार नहीं था। ठीक, अगर बेटी किसी से भी ब्याह दी जाए, वो उसका जो भी हो जाए, उसके पति को कुछ हो जाता है, लड़के को मिलता है, वो लड़के को मिलता था, बेटी को मिलता नहीं था। तो बाबा साहब ने कहा नहीं, मैं ये अन्याय, महिलाओं पर जो अन्याय हो रहा हुआ है अभी तक, उसके ऊपर मैं उपाय करूंगा और इसके लिए समान हक दूंगा। और बाबा साहब ने ये जब बात इसकी जब जिरह कर रहे थे संविधान सभा में, तो उस वक्त का शंकराचार्य, जवाहरलाल नेहरू जो उस वक्त के पंतप्रधान थे, राजेंद्र प्रसाद, वल्लभ भाई पटेल और सारे उस वक्त के आरएसएस के और जो कांग्रेस की जो हिंदू लॉबी थी और उस वक्त की महिलाएं बाबा साहब के खिलाफ में खड़े हो गए जी। दूसरा सबब बाबा साहब ने नेहरू की कैबिनेट से जो लॉ मिनिस्टर की वो जो उनका जो रेजिग्नेशन देने का दूसरा सबब ये था कि एससी कम्युनिटी के लिए और एसटी के लिए तो बाबा साहब ने बहुत कुछ कर दिया संविधान सभा में रहते हुए, लेकिन फिर भी भारत की कुल आबादी के जो 52% जो ओबीसी कम्युनिटी है, जिसको अदर बैकवर्ड क्लासेस कहा जाता है, उनका कोई वाली नहीं था। ठीक, उस वक्त आरएल चंदापुरी करके एक बिहार के एक ओबीसी के नेता हुआ करते थे, पिछड़ा संघ के, ठीक, और पंजाबराव देशमुख। तो पंजाबराव देशमुख और आरएल चंदापुरी जो बाबा साहब के सहयात्री सहकर्मी थे, काम करते थे, संविधान सभा होने के बाद उनकी चर्चा होती थी। तो आरएल चंदापुरी जी का ओपन स्टेटमेंट जो हमने रिकॉर्ड भी किया है, आरएल चंदापुरी जी ने बाबा साहब को कहा कि बाबा साहब, आपने तो एससी एसटी के लिए सब कुछ कर दिया, लेकिन हमारा अभी तो कोई नेता नहीं, सब कांग्रेस, नेहरू और गांधी के पैरों पे बंधे हुए हैं, हमारा तो हक करने, हमके बात करने वाला कोई नहीं है। तो उन्होंने बाबा साहब को कहा, और फिर बाबा साहब ने 340 नाम का जो कलम है जो ओबीसी के लिए डाला था जी, इसके ऊपर नेहरू ने कहा कि भाई ये कलम तो बताता है कि भाई ओबीसी है, लेकिन ओबीसी कौन है? तो बाबा साहब ने फिर कहा कि इसके ऊपर कमीशन बैठाया जाए और ये तय किया जाए कि एससी एसटी के अलावा ब्राह्मणी हिंदू मनवादी व्यवस्था का और दूसरा शोषित बड़ा वर्ग जो है, जो किसानों से आता है, कुर्मी, जाट, ये जो सब लोग आते हैं, तेली से लेकर तो तंबोली तक, और लोहार से लेकर तो सुतार तक, और तरखान से लेकर तो अहिर तक, ये सारे लोग जिसमें आते हैं, तो इसको भी हक दिए जाए, इसके लिए बाबा साहब ने, और जब इसके ऊपर नेहरू ने जब इसका विरोध किया तो बाबा साहब ने रेजिग्नेशन दे दिया। ये बहुत लोगों को पता नहीं। ठीक है डॉक्टर साहब, बहुत बहुत धन्यवाद ਤੁਹਾਡਾ। डॉक्टर जी ने बड़ा विस्तार ਦੇ ਵਿੱਚ ਦੱਸਿਆ ਜੋ ਕਿਉਂ ਦਿੱਤਾ ਜਿਹੜਾ ਕਿਉਂ ਜਿਹੜਾ ਆਪਣਾ ਉਹਨਾਂ ਨੇ ਰਿਜ਼ਾਈਨ ਦਿੱਤਾ ਸੀ। ਤੇ ਅੱਜ ਮੈਂ ਉਹ ਗੱਲ ਕਰਦਾ ਕਿ ਸਾਡੇ ਜੇ ਪ੍ਰਧਾਨ ਸਰਪੰਚ ਬਣ ਜਾਏ ਜਾਂ ਕੋਈ ਪਿੰਡ ਦਾ ਕੋਈ ਲੰਬੜਦਾਰ ਬਣ ਜਾਏ ਤਾਂ ਉਹੀ ਰਿਜ਼ਾਈਨ ਦੇਣ ਨੂੰ ਤਿਆਰ ਨਹੀਂ, ਚਾਹੇ ਸਾਡੀ ਧੀ ਭੈਣ ਦੀ ਕਿਸੇ ਦੀ ਇੱਜ਼ਤ ਲੁੱਟੀ ਜਾਂਦੀ ਹੋਵੇ ਜਾਂ ਪਿੰਡ ਦੇ ਵਿੱਚ ਕੋਈ ਹੋਰ ਘੱਲੂਘਾਰਾ ਹੁੰਦਾ ਹੋਵੇ। ਹਾਂਜੀ ਚੌਹਾਨ ਜੀ, ਬਾਬਾ ਸਾਹਿਬ ਦੇ ਬਾਰੇ ਤਾਂ ਜਿੰਨਾ ਮਰਜ਼ੀ ਕਹਿ ਸਕਦੇ, ਜਿੰਨਾ ਮਰਜ਼ੀ ਬੋਲ ਸਕਦੇ ਆ, ਤੇ ਬਹੁਤ ਕੁਛ ਹੈ ਬਾਬਾ ਸਾਹਿਬ ਦੇ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਜੋ ਕੀਤਾ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਸਭ ਤੋਂ ਪਹਿਲਾਂ ਇਸ ਕੌਮ ਦੀ ਸੋਚ ਵਿੱਚ ਆਜ਼ਾਦ ਟੀਵੀ ਵੱਲੋਂ ਸਾਡੀ ਕੋਸ਼ਿਸ਼ ਹੈ ਵੀ ਜਿੰਨੇ ਵੀ ਸਾਡੇ ਮਹਾਂਪੁਰਸ਼ ਹੋਏ ਹਨ ਉਹਨਾਂ ਦੇ ਹੀ ਜਨਮ ਦਿਹਾੜਿਆਂ 'ਤੇ ਇੱਕ ਆਪਣੀ ਭੈਣਾਂ ਭਰਾਵਾਂ ਨਾਲ ਇਹੋ ਜਿਹੀ ਸਾਂਝ ਪਾਈ ਜਾਵੇ ਵੀ ਉਹਨਾਂ ਨੇ ਸਾਡੇ ਲਈ ਕੀ ਨਹੀਂ ਕੀਤਾ ਜੀ, ਕੀ ਕੁਝ ਨਹੀਂ ਕੀਤਾ। ਅੱਜ ਅਸੀਂ ਜੇ ਦੇਖਿਆ ਜਾਵੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਾਬਾ ਸਾਹਿਬ ਦੇ ਨਾਂ 'ਤੇ ਅਸੀਂ ਹਰੇਕ ਸਾਲ ਉਹਨਾਂ ਦੇ ਬਰਥਡੇ ਵੀ ਮਨਾ ਰਹੇ ਹਾਂ, ਪ੍ਰੋਗਰਾਮ ਵੀ ਕਰ ਰਹੇ ਹਾਂ, ਪਰ ਜੋ ਉਹਨਾਂ ਦੀ ਇੱਕ ਅਸਲੀਅਤ ਸੋਚ ਸੀ, ਜੋ ਉਹਨਾਂ ਨੇ ਇੱਕ ਮੌਲਿਕ ਅਧਿਕਾਰ, ਹਰ ਇੱਕ ਦੇ ਮੌਲਿਕ ਅਧਿਕਾਰ ਜੇ ਸਨ, ਉਹਨਾਂ ਮੌਲਿਕ ਅਧਿਕਾਰਾਂ ਨੂੰ ਉਹਨਾਂ ਨੇ ਇਹ ਕਲਮਬੰਦ ਕਰਕੇ ਸੰਵਿਧਾਨ ਵਿੱਚ ਕਰਕੇ ਸਾਨੂੰ ਸਾਰਿਆਂ ਨੂੰ ਹੱਕ ਦਵਾਏ। ਮੈਂ ਕਈ ਵਾਰ ਹੈਰਾਨ ਹੁੰਦਾ ਵੀ ਇਸ ਵੇਲੇ ਸੰਵਿਧਾਨ ਹੁੰਦੇ ਹੋਇਆਂ ਵੀ ਕੀ ਕੁਝ ਨਹੀਂ ਹੋ ਰਿਹਾ, ਕਿਉਂਕਿ ਬਾਬਾ ਸਾਹਿਬ ਨੇ ਜੇ, ਕਿਉਂਕਿ ਸਾਨੂੰ ਪਤਾ ਵੀ ਸਾਰੇ ਪਹਿਲਾਂ ਜੋ ਚਾਹੇ ਕੋਈ ਨੇਤਾ ਚਾਹੇ ਕੋਈ ਵੀ ਹੈ, ਸੰਵਿਧਾਨ 'ਤੇ ਹੱਥ ਰੱਖ ਕੇ ਜੋ ਵੀ ਕਹੂੰਗਾ ਸੱਚ ਕਹੂੰਗਾ, ਸੱਚ ਕਿਸੇ ਕਸਮ ਖਾਂਦਾ ਹੈ, ਸੱਚ ਕਿਸੇ ਵਾ ਕੁਛ ਨਹੀਂ ਕਹੂੰਗਾ। ਉਹ ਇੱਕ ਓਥ ਲੈਂਦੇ ਹਨ ਵੀ ਮੈਂ ਸੰਵਿਧਾਨ ਦੇ ਰਾਹੀਂ ਚੱਲੂੰਗਾ, ਸੰਵਿਧਾਨ ਮੇਰਾ ਸਾਰਾ ਮਾਈ ਬਾਪ ਹੈ।
ਪਰ ਹੁੰਦਾ ਕੀ ਹੈ ਵੀ ਜੇ ਮੈਂ ਕਈ ਵਾਰ ਸੋਚਦਾ ਹਾਂ ਅੱਜ ਇਲੈਕਸ਼ਨ ਦਾ ਦਿਨ ਚੱਲ ਰਿਹਾ ਹੈ, ਬਾਬਾ ਸਾਹਿਬ ਜੀ ਜੇ ਆਪਣੀ ਇੱਕ ਲਾਈਫ ਦੇ ਵਿੱਚ ਸੰਵਿਧਾਨ ਲਿਖ ਕੇ ਜਾਂਦੇ, ਸਾਨੂੰ ਮੌਲਿਕ ਅਧਿਕਾਰ ਜੋ ਉਹਨਾਂ ਦੇ ਵਰਗੇ ਸਾਨੂੰ ਸਾਰਿਆਂ ਨੂੰ ਹੱਕ ਦਵਾਏ, ਉਹਨਾਂ ਹੱਕਾਂ ਕਰਕੇ ਅੱਜ ਅਸੀਂ ਜੋ ਵੀ ਹਾਂ, ਥੋੜ੍ਹਾ ਜ਼ਿਆਦਾ ਨਹੀਂ ਅਸੀਂ ਬਚ ਰਹੇ ਹਾਂ, ਥੋੜ੍ਹਾ ਥੋੜ੍ਹਾ ਕਰਕੇ। ਅਸੀਂ ਕਹਿੰਦੇ ਸੰਵਿਧਾਨ ਦੀ ਇਹ ਧਾਰਾ ਹੈ, ਕੋਈ ਵੀ ਧਾਰਾ ਹੈ ਉਹਦੇ ਅਗੇਂਸਟ ਜਾਂਦੀ ਹੈ। ਇਸ ਕਰਕੇ ਬਾਬਾ ਸਾਹਿਬ ਨੇ ਅੱਜ ਸਾਨੂੰ ਇਕੱਲੇ ਉਹ ST OBC ਨੂੰ ਸਾਰਿਆਂ ਨੂੰ ਵੀ, ਬਾਕੀ ਵਰਗਾਂ ਨੂੰ ਵੀ ਉਹਨਾਂ ਨੇ ਅਧਿਕਾਰ ਦਿੱਤੇ। ਅੱਜ ਬਾਬਾ ਸਾਹਿਬ ਦੇ ਉਹਨਾਂ ਦੇ ਅਧਿਕਾਰਾਂ ਕਰਕੇ, ਬਾਬਾ ਸਾਹਿਬ ਦੇ ਕੌਂਸਟੀਟਿਊਸ਼ਨ ਕਰਕੇ ਅੱਜ ਅਸੀਂ ਬਚ ਰਹੇ ਹਾਂ। ਨਹੀਂ ਤਾਂ ਮੌਕੇ ਦੀਆਂ ਸਰਕਾਰਾਂ ਇਹ ਕਿਸੇ ਵੇਲੇ ਵੀ ਇਹਦੇ ਵਿੱਚ ਤਬਦੀਲੀਆਂ ਹੋ ਰਹੀਆਂ। ਜੇ ਅਸੀਂ ਕਹੀਏ ਨਾ ਜਿਹੜਾ ਕਿ ਸਾਡਾ ਕੌਂਸਟੀਟਿਊਸ਼ਨ ਨੂੰ ਇੰਪਲੀਮੈਂਟ ਪ੍ਰੋਪਰ ਹੋ ਰਿਹਾ, ਹੋ ਨਹੀਂ ਰਿਹਾ, ਇਹਦੇ ਵਿੱਚ ਜੇ ਬਾਬਾ ਸਾਹਿਬ ਨੇ ਰਿਜ਼ਰਵੇਸ਼ਨ ਦੇ ਲਾ ਕੇ ਵੀ ST OBC ਉਹਨਾਂ ਨੂੰ ਇੰਨੇ ਅਧਿਕਾਰ ਹੋਣੇ ਚਾਹੀਦੇ, ਇੰਨੇ ਨੌਕਰੀਆਂ ਚਾਹੁੰਣੀਆਂ ਚਾਹੀਦੀਆਂ, ਉਹ ਮਿਲ ਨਹੀਂ ਰਹੀਆਂ। ਜੇ ਅਸੀਂ ਕਿੰਨੀਆਂ ਸੀਟਾਂ ਖਾਲੀ ਪਈਆਂ ਹਨ, ਇਸੇ ਕਰਕੇ ਸਮੇਂ ਦੀਆਂ ਸਰਕਾਰਾਂ ਅੱਜ ਤੁਸੀਂ ਦੇਖ ਲਓ ਥਾਂ ਥਾਂ ਕਿੰਨਾ ਕੀ ਬੰਬਾਂ ਦੇ ਢੇਰ ਫੜੇ ਜਾ ਰਹੇ ਹਨ, ਰੁਪਏ ਮਨਾਂ ਦੇ ਮਨ ਜਿਹੜੇ ਰੁਪਈਏ ਕਰੋੜਾਂ ਦੇ ਰੁਪਏ ਫੜੇ ਜਾ ਰਹੇ ਹਨ, ਸ਼ਰਾਬਾਂ ਫੜੀਆਂ ਜਾ ਰਹੀਆਂ। ਉਹ ਸ਼ਰਾਬਾਂ ਕਿੱਥੇ ਵਰਤ ਰਹੀਆਂ ਹਨ? ਦੂਜੇ ਪਾਸੇ ਅੱਜ ਇੰਗਲੈਂਡ ਵਰਗੇ ਦੇਖੋ ਜੀ, ਇੱਕ ਇੰਗਲੈਂਡ ਵਰਗੇ ਉੱਥੇ ਬੈਲਟ ਪੇਪਰ ਦੇ ਨਾਲ ਇਲੈਕਸ਼ਨ ਹੋ ਰਹੀਆਂ ਹਨ। ਇੱਥੇ ਉਹ ਵੀ ਇੱਕ ਜਿਹੜੀਆਂ ਮਸ਼ੀਨਾਂ ਦੇ ਰਾਹੀਂ ਕਰ ਸਕਦੇ ਹਨ। ਇਸੇ ਕਰਕੇ ਇਹ ਜੋ ਠਾਠਾ ਬਾਗਾ ਚੱਲ ਰਿਹਾ ਪੋਲੀਟੀਕਲ ਪਾਰਟੀਆਂ ਦਾ ਚੱਲ ਰਿਹਾ, ਅੱਜ ਅਸੀਂ ਤਾਂ ਬਚਣਾ। ਪਰ ਇੱਕ ਮੈਂ ਜਾਂਦਾ ਜਾਂਦਾ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਵੀ ਭੈਣਾਂ ਤੋਂ ਭਰਾਵੋ, ਜੇ ਅਸੀਂ ਨਹੀਂ ਸੰਭਲੇ, ਜੇ ਅਸੀਂ ਬਾਬਾ ਸਾਹਿਬ ਨੇ ਸਾਡੇ ਲਈ ਬੜਾ ਕੁਝ ਦਿੱਤਾ, ਫਿਰ ਵੀ ਸਾਡੇ ਵਿੱਚ ਇੱਦਾਂ ਦੇ ਗਰੁੱਪ ਬਣੇ ਹੋਣ, ਅਸੀਂ ਫਿਰ ਵੀ ਗਰੁੱਪਬਾਜ਼ੀ ਵਿੱਚ ਫਸ ਕੇ ਅਸੀਂ ਆਪਣੇ ਦੂਜਿਆਂ ਨੂੰ ਮੌਕਾ ਦੇ ਰਹੇ ਹਾਂ। ਜੀ ਧੰਨਵਾਦ ਜੀ ਚੌਹਾਨ ਜੀ। ਅਤੇ ਜਿਸ ਤਰ੍ਹਾਂ ਕਿ ਬਾਬਾ ਸਾਹਿਬ ਦੀ ਗੱਲ ਕਰਦੇ ਹਾਂ ਕਿ ਸਾਡਾ ਜਿਹੜੀ ਲਾਈਨ ਆ 0203 630 0610 ਲਾਈਵ ਕਾਲ ਅਸੀਂ ਲਵਾਂਗੇ ਤੁਹਾਡੀਆਂ ਜਦੋਂ ਵੀ ਕਾਲ ਆਵੇਗੀ। ਅਤੇ ਹੈਲੋ ਜੈਕਦੇਵ ਜੀ, ਹੈਲੋ। हाँ, Shafiq from Bali. Are you hear me, brother? हाँ जी। Are you hear me? आप सुन रहे हैं मेरा बातें? जी जी, मैं अभी ऑन द लाइव। जी। अच्छा, ये जो इंडिया का महाभारत का जो इलेक्शन जा रहा है ना, मैं यही बोलना चाहता हूँ, श्रीमती इंदिरा गांधी का जो नहीं सॉरी असी अज इस मुद्दे नहीं सब्जेक्ट सॉरी हाँ जी सॉरी असी प्लीज सॉरी असी इस मुद्दे ते गल नहीं कर सकते। ਅਸੀਂ ਅੱਜ ਬਾਬਾ ਸਾਹਿਬ ਦੇ ਜੋ ਜਨਮ ਦਿਨ ਆ ਤੇ ਉਸ ਦੇ ਉੱਤੇ ਗੱਲ ਕਰਾਂਗੇ। ਜਦੋਂ ਅਗਲੀ ਵਾਰ ਕੋਈ ਗੱਲ ਕੀਤੀ ਜਾਵੇਗੀ ਉਸ ਵੇਲੇ ਤੁਹਾਡੀ ਜਿਹੜੀ ਗੱਲ ਹੈ ਤੁਸੀਂ ਉਸ ਦੇ ਉੱਤੇ ਗੱਲ ਕਰ ਸਕਦੇ ਹੋ, ਕਿਉਂਕਿ ਅੱਜ ਅਸੀਂ ਬਾਬਾ ਸਾਹਿਬ ਦੀ ਜੋ ਜਯੰਤੀ ਆ ਜੋ 14 ਤਰੀਕ ਨੂੰ ਆ ਉਸ ਦੇ ਉੱਤੇ ਵਿਚਾਰ ਕਰਾਂਗੇ। ਤੇ ਡਾਕਟਰ ਸਾਹਿਬ ਜਿੱਦਾਂ ਅਸੀਂ ਇਹ ਕਹਿੰਦੇ ਆ ਕਿ ਸਾਡੇ ਜਿਹੜੇ ਲੋਕ ਆ, ਅਸੀਂ ਲੋਕ ਜਿਹੜੇ ਆ ਸਾਡੀ ਯੂਨਿਟੀ ਨਹੀਂ। देखिए ਤੇ ਨਹੀਂ ਸੌਰੀ, ਜਦੋਂ ਸਾਹਿਬ ਜੀ ਨੇ ਕਿਹਾ ਵੀ ਸਾਡੀ ਯੂਨਿਟੀ, ਅਸੀਂ ਇੰਨੇ ਲੋਕ ਲੈ ਕੇ ਜਿਹੜਾ ਉਹ ਕਾਫਲਾ ਲੈ ਕੇ ਤੁਰੇ ਆ, ਉਹ ਅੱਜ ਤੱਕ ਕਾਫਲਾ ਚੱਲ ਰਿਹਾ ਆ, ਤੇ ਅਸੀਂ ਕਿਉਂ ਕਹਿੰਦੇ ਵੀ ਸਾਡੀ यूनिटी नहीं हैगी? ये यूनिटी नहीं होने की वजह हम बहुत बार क्या होता है कि हम जब आत्म परीक्षण करते हैं, चौहान जी ने भी कहा जी, और हम भी सवाल करते हैं कि इतने पुख्ता संविधान होने के बाद जी यूनिटी क्यों नहीं है और हम अलग अलग क्यों लड़ रहे हैं। दरअसल हम देखिए ना, जिस ये मैं आपके प्रोग्राम को मैं बार बार आता हूँ, मैं इसे लाइक क्यों करता हूँ, क्योंकि आपके प्रोग्राम का जो उद्देश्य है वो है कौम दी सोच। देखिए सबसे पहले तो हम कौम है कि नहीं है ये भी अंदेशा हमको नहीं था, क्योंकि जो लोग हमारा इस्तेमाल सिर्फ वोटों के लिए करना चाहते हैं और कल तक हमारा इस्तेमाल जिन्होंने चीफ लेवल के लिए किया, उन लोगों ने ये बात सोच समझकर तय करके की थी कि हमको बटा हुआ रखा जाए। ठीक देखिए ना, एक जब मैं जाति का नाम लूंगा इसलिए माफी चाहूंगा क्योंकि इससे अच्छा मैं समझा नहीं सकूंगा। अगर एक चर्मकार कम्युनिटी का आदमी अगर एक वाल्मीकि कम्युनिटी के आदमी के साथ या तरखान के साथ में बैठकर मेल करके एक साथ अपने हक के लिए आ ना सके, ऐसी व्यवस्था उन्होंने कर दी थी जी। और इस वजह से क्या हो रहा है, और इतना ही नहीं, जब बाबा साहब आपके हकों के लिए लड़ रहे थे, फुले जब आपके हकों के लिए लड़ रहे थे, पेरियार जब आपके हकों के लिए लड़ रहे थे, गुरु रविदास जी आपके हकों के लिए लड़ रहे थे, तो इसी ब्राह्मणी व्यवस्था ने आप लोगों को बार बार विभाजित किया। आज इतने बड़े गुरु ग्रंथ साहब में हमारे सदगुरु रविदास जी का जो शब्द है, वो शब्द कोई चर्मकार होने की वजह से नहीं है, बल्कि एक महान संत और हमारे महापुरुष होने की वजह से है। तो हम हमारे इस कम्युनिटी को इकट्ठा लाने की कोशिश करते हैं, उनको तोड़ने की कोशिश करते हैं, क्योंकि वो उनके हक में है। उनकी राजनीति को सफल बनाना, हम जब तक जातियों में बटे नहीं रहेंगे उनकी राजनीति सफल नहीं हो सकती। इसलिए ये टाइम ਦੀ ਸ਼ਾਰਟੇਜ ਹੋ ਗਈ ਆ। ਤੇ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਐਡ ਵੀ ਸੁਣੀ ਸੀ ਇੱਕ ਕਿ 27 ਅਪ੍ਰੈਲ ਨੂੰ ਸ਼ਨੀਚਰਵਾਰ ਨੂੰ
ਸ਼੍ਰੀ ਗੁਰਦਾਸ ਦਰਬਾਰ ਬਰਗਾਮੋ ਚੀਵਦੀਨੋ ਉੱਥੇ ਜੋ ਅੰਮ੍ਰਿਤਬਾਣੀ ਦੇ ਨਿਸ਼ਾਨ ਸਾਹਿਬ ਦੀ ਜਿਹੜੀ ਆਪਣੇ ਨਿਸ਼ਾਨ ਸਾਹਿਬ ਝੁੱਲਣਗੇ 27 ਤਰੀਕ ਨੂੰ ਪਹਿਨਾਏ ਜਾਣਗੇ। ਤੇ ਨਾਲ ਹੀ ਅੰਮ੍ਰਿਤਬਾਣੀ ਦੇ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਜਿਹੜੀ ਆ ਸ਼ੋਭਾ ਯਾਤਰਾ ਕੀਤੀ ਜਾਵੇਗੀ ਸਤਿਗੁਰੂ ਦਾਸ ਮਹਾਰਾਜ ਦੀ ਛਤਰ ਛਾਇਆ ਥੱਲੇ। ਤੇ 28 ਅਪ੍ਰੈਲ ਨੂੰ ਉਸੇ ਐਤਵਾਰ ਨੂੰ ਤੇ ਸਤਿਗੁਰੂ ਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਉੱਥੇ ਮਨਾਇਆ ਜਾਵੇਗਾ ਬਰਗਾਮੋ ਗੁਰੂ ਘਰ ਦੇ ਵਿੱਚ ਤੇ ਗੁਰੂ ਰਵਿਦਾਸ ਦਰਬਾਰ ਦੇ ਵਿੱਚ। ਤੇ ਉੱਥੇ ਵੀ ਉਹਨਾਂ ਨੇ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ, ਤੁਸੀਂ ਸੁਣਿਆ ਵੀ ਆ। ਤੇ ਜਿਸ ਤਰ੍ਹਾਂ ਕਿ ਅਸੀਂ ਬਾਬਾ ਸਾਹਿਬ ਦੀ ਗੱਲ ਕਰਦੇ ਹਾਂ ਕਿ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਹੈ ਸਾਡਾ ਜਾਂ ਬਾਬਾ ਸਾਹਿਬ ਨੇ ਸਾਨੂੰ ਹੱਕ ਲੈ ਕੇ ਦਿੱਤੇ ਆ, ਇਹ ਕਿਸੇ ਮੇਰੇ ਕਹਿਣ ਦੇ ਨਾਲ ਜਾਂ ਤੁਹਾਡੇ ਕਹਿਣ ਦੇ ਨਾਲ ਜਾਂ ਹੋਰ ਕਿਸੇ ਦੇ, ਇਹ ਜਿਹੜੇ ਹੱਕ ਲੈ ਕੇ ਦਿੱਤੇ ਹੋਏ ਆ ਉਹ ਸਾਡੇ ਤੁਹਾਡੇ ਕੋਲ ਸਾਡੇ ਕੋਲ ਉਹ ਧਰਮ ਗ੍ਰੰਥ ਆ ਜਿਹਨੂੰ ਅਸੀਂ ਇੱਕ ਭਾਰਤ ਦੇਸ਼ ਦਾ ਗ੍ਰੰਥ ਕਿਹਾ ਜਾ ਸਕਦਾ ਆ। ਉਹ ਇੱਕ ਐਡਾ ਵੱਡਾ ਗ੍ਰੰਥ ਬਣਾ ਕੇ ਜਿਹੜਾ ਸਾਨੂੰ ਦਿੱਤਾ ਆ, ਉਸ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਸਾਡੇ ਲਈ ਲੈ ਕੇ ਦਿੱਤਾ ਆ, ਸਾਡੇ ਕੱਲਿਆਂ ਦੇ ਲਈ ਭਾਰਤ ਦੇਸ਼ ਦੇ ਕੱਲੇ ਵਾਸੀ ਦੇ ਲੈ ਕੇ ਦਿੱਤਾ, ਚਾਹੇ ਨਾਰੀ ਆ, ਚਾਹੇ ਮਰਦ ਆ, ਚਾਹੇ ਬੱਚਾ ਆ, ਚਾਹੇ ਬੁੜਾ ਆ, ਤੇ ਚਾਹੇ ਉਹ ਕੋਈ ਕਿਸੇ ਵੀ ਪੋਜੀਸ਼ਨ ਦੇ ਵਿੱਚ ਹੈਗਾ, ਕਿਸੇ ਵੀ ਕਮਿਊਨਿਟੀ ਦਾ ਹੈਗਾ ਆ, ਉਸ ਦੇ ਲਈ ਉਹਦੇ ਹੱਕ ਜਿਹੜੇ ਰਾਖਵੇਂ ਹਨ। ਲੇਕਿਨ ਉਹਨਾਂ ਨੂੰ ਜਿਹੜਾ ਲਾਗੂ ਨਹੀਂ ਕੀਤਾ ਜਾਂਦਾ। ਇਸ ਦੇ ਨਾਲ ਹੀ ਜਿਹੜੀਆਂ ਉਹ ਗੱਲਾਂ ਹੁੰਦੀਆਂ ਆ ਜਿਹੜੀਆਂ ਅੱਜ ਕੱਲ੍ਹ ਜਿਸ ਤਰ੍ਹਾਂ ਵੱਧਦਾ, ਕਿਉਂ ਅੱਜ ਕੱਲ੍ਹ ਤੁਹਾਨੂੰ ਪਤਾ ਇਲੈਕਸ਼ਨ ਹੋ ਰਹੇ ਹਨ ਤੇ ਅਸੀਂ ਇੱਕ ਗੀਤ ਵੀ ਬਾਅਦ 'ਚ ਬ੍ਰੇਕ ਤੋਂ ਬਾਅਦ ਸਟਾਰਟਿੰਗ 'ਤੇ ਲਾਵਾਂਗੇ। ਉਸ ਗੀਤ ਦੇ ਵਿੱਚੋਂ ਫਿਰ ਉਸ ਗੀਤ ਦੇ ਤੱਕ ਵੀ ਗੱਲ ਕਰਾਂਗੇ ਤਾਂ ਕਿ ਇਲੈਕਸ਼ਨ ਚੱਲ ਰਹੇ ਆ, ਇਲੈਕਸ਼ਨਾਂ ਦੇ ਬਾਰੇ ਵੀ ਕਿਉਂ ਬਾਬਾ ਸਾਹਿਬ ਨੇ ਖੁੱਲ੍ਹ ਕੇ ਕਿਹਾ, ਸਾਹਿਬ ਕਾਂਚੀ ਰਾਮ ਨੇ ਖੁੱਲ੍ਹ ਕੇ ਕਿਹਾ, ਤੇ ਤਾਂ ਕਿ ਜਿਹੜਾ ਆ ਵੀ ਸਾਡਾ ਜਿਹੜਾ ਇਲੈਕਸ਼ਨ ਦਾ ਆ ਸਮਾਂ ਆ, ਇਲੈਕਸ਼ਨ ਦੇ ਵਿੱਚ ਅਸੀਂ ਆਪਣੀ ਵੋਟ ਦਾ ਜਿਹੜਾ ਆ ਇਸਤੇਮਾਲ ਸਹੀ ਤਰੀਕੇ ਨਾਲ ਕਰੀਏ। ਇਹ ਨਾ ਹੋਵੇ ਕਿ ਸਾਨੂੰ ਕੱਲ੍ਹ ਨੂੰ ਜੋ ਅਸੀਂ ਕੱਲ੍ਹ ਪਛਤਾ ਰਹੇ ਹਾਂ ਅਤੇ ਕੱਲ੍ਹ ਨੂੰ ਫਿਰ ਪਛਤਾਉਣਾ ਪਵੇ। ਕਿੰਨਾ ਚਿਰ ਅਸੀਂ ਪਛਤਾਉਂਦੇ ਰਹਾਂਗੇ। ਉਸ ਵੋਟ ਦਾ ਜਿਹੜਾ ਹੱਕ ਆ ਸਾਡਾ ਫਰਜ਼ ਬਣਦਾ ਆ ਅਸੀਂ ਉਸ ਨੂੰ ਸਹੀ ਤਰ੍ਹਾਂ ਇਸਤੇਮਾਲ ਕਰੀਏ, ਨਾ ਕਿ ਅਸੀਂ ਬਕਾਊ ਬਣ ਕੇ ਕਿਸੇ ਦੀ ਝੋਲੀ ਦੇ ਵਿੱਚ ਡਿੱਗੀਏ ਜਾਂ ਕਿਸੇ ਨੂੰ ਵੋਟ ਪਾਈਏ। ਤੁਹਾਡੀ ਇੰਡੀਪੈਂਡੈਂਟ ਆ, ਤੁਸੀਂ ਜਿਹਨੂੰ ਮਰਜ਼ੀ ਵੋਟ ਪਾ ਸਕਦੇ ਆ, ਤੁਹਾਡੀ ਮਰਜ਼ੀ ਆ, ਤੁਸੀਂ ਚੂਜ਼ ਕਰਨਾ ਆ ਕਿ ਤੁਸੀਂ ਕਿੱਧਰ ਨੂੰ ਜਾਣਾ, ਕੀ ਚਾਹੁੰਦੇ ਆ, ਸਾਡੀ ਕਮਿਊਨਿਟੀ ਦੇ ਵਿੱਚ ਕੀ ਹੋਣਾ ਚਾਹੀਦਾ ਆ। ਅਸੀਂ ਹੁਣ ਬ੍ਰੇਕ 'ਤੇ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਲਾਈਵ ਕਾਲ ਲਵਾਂਗੇ 0203 630 0610। ਜੈ ਗੁਰਦੇਵ, ਜੈ ਭੀਮ। जो बोले सो निर्भय गुरु प्यारी साध संगत जीओ, धन धन जगत गुरु रविदास महाराज 642वां गुरपुरब श्री गुरु रविदास दरबार बहरगाम दी प्रबंधक कमेटी ते सारियां संगतां वालों बड़े ही प्यार ते सत्कार दे नाल मनाया जा रहा है। 27 अप्रैल नूं शनिवार नूं 2:30 बजे शोभा यात्रा दी जिहड़ी आरंभता होवेगी और 28 तरीक नूं सतगुरु रविदास महाराज दा गुरपुरब जिहड़ा सारियां संगतां वालों मनाया जा रहा है। पूरे विश्व दीयां संगतां नूं श्री गुरु रविदास दरबार बहरगाम दी प्रबंधक कमेटी दे सारियां संगतां वालों खुला सद्दा है कि 27 ते 28 अप्रैल नूं श्री गुरु रविदास दरबार चीवदीनों बहरगाम विखे पहुंच के सतगुरु रविदास महाराज जी इलाही बाणी दा आनंद माणना है। सब नूं प्यार भरी जय गुरुदेव, धन गुरुदेव जी। जो बोले सो निर्भय गुरु रविदास शक्ति, गुरु रविदास शक्ति, गुरु रविदास शक्ति। जय गुरुदेव, धन गुरुदेव। भोजनों बंद कर दो आटा दाल सिक्कीमां नूं, हाकम कोल खोलो हिस्से दियां जमीनां नूं। हकदार ना बनो, हकदार ना बनो इन गलत सिक्कीमां
ਸੱਚ ਸਿਆਣੇ ਕਹਿੰਦੇ ਸਭ ਤੋਂ ਜ਼ਿਆਦਾ ਤੁਹਾਡੀ ਗਿਣਤੀ ਕਿਉਂ ਪਾਉਂਦੀਆਂ ਪੈਂਦੇ ਏਕਤਾ ਵਿੱਚ ਤਾਕਤ ਹੁੰਦੀ ਸੱਚ ਸਿਆਣੇ ਕਹਿੰਦੇ ਸਭ ਤੋਂ ਜ਼ਿਆਦਾ ਤੁਹਾਡੀ ਗਿਣਤੀ ਕਿਉਂ ਪਾਉਂਦੀਆਂ ਪੈਂਦੇ ਆਟਾ ਦਾਲ ਕਿਉਂ ਲਈ ਜਾਂਦੇ ਆਟਾ ਦਾਲ ਕਿਉਂ ਲਈ ਜਾਂਦੇ ਵਾਂਗ ਜਤੀਮਾਂ ਦੇ ਹੁਕਮਰਾਨ ਤੁਸੀਂ ਬਣ ਜਾਓ ਮਾਲਕ ਬਣੋ ਜ਼ਮੀਨਾਂ ਦੇ ਹੁਕਮਰਾਨ ਤੁਸੀਂ ਬਣ ਜਾਓ ਮਾਲਕ ਬਣੋ ਜ਼ਮੀਨਾਂ ਦੇ ਹੁਕਮਰਾਨ ਤੁਸੀਂ ਬਣ ਜਾਓ ਮਾਲਕ ਬਣੋ ਜ਼ਮੀਨਾਂ ਦੇ ਰਾਜ ਭਾਗ ਦੀ ਸੋਚੋ ਝੰਡੇ ਪੱਟ ਦੋ ਗੈਰਾਂ ਦੇ ਛੱਡ ਕੇ ਜੰਗਲ ਵੇਲੇ ਵਾਸੀ ਬਣ ਜਾਓ ਸ਼ਹਿਰਾਂ ਦੇ ਰਾਜ ਭਾਗ ਦੀ ਸੋਚੋ ਝੰਡੇ ਪੱਟ ਦੋ ਗੈਰਾਂ ਦੇ ਛੱਡ ਕੇ ਜੰਗਲ ਵੇਲੇ ਵਾਸੀ ਬਣ ਜਾਓ ਸ਼ਹਿਰਾਂ ਦੇ ਪੱਥਰਾਂ ਨਾਲ ਜਵਾਬ ਦੇ ਦਿਓ ਪੱਥਰਾਂ ਨਾਲ ਜਵਾਬ ਦੇ ਦਿਓ ਮਾਰੀਆਂ ਢੀਮਾਂ ਦੇ ਹੁਕਮਰਾਨ ਤੁਸੀਂ ਬਣ ਜਾਓ ਮਾਲਕ ਬਣੋ ਜ਼ਮੀਨਾਂ ਦੇ ਹੁਕਮਰਾਨ ਤੁਸੀਂ ਬਣ ਜਾਓ ਮਾਲਕ ਬਣੋ ਜ਼ਮੀਨਾਂ ਦੇ ਹੁਕਮਰਾਨ ਤੁਸੀਂ ਬਣ ਜਾਓ ਮਾਲਕ ਬਣੋ ਜ਼ਮੀਨਾਂ ਦੇ ਇੱਕ ਇੱਕ ਕਰਕੇ ਸ਼ੋਕ ਸੂੜ ਹਾਥੀ ਨੂੰ ਪਾ ਦਿਓ ਵੋਟਾਂ ਭੁੱਲਿਓ ਨਾ ਸੰਵਿਧਾਨ ਜਲਾਇਆ ਦਿਲ ਤੇ ਬਾਲੀਆਂ ਚੋਟਾਂ ਇੱਕ ਇੱਕ ਕਰਕੇ ਸ਼ੋਕ ਸੂੜ ਹਾਥੀ ਨੂੰ ਪਾ ਦਿਓ ਵੋਟਾਂ ਭੁੱਲਿਓ ਨਾ ਸੰਵਿਧਾਨ ਜਲਾਇਆ ਦਿਲ ਤੇ ਬਾਲੀਆਂ ਚੋਟਾਂ ਹੋਰ ਜ਼ੁਲਮ ਨਹੀਂ ਸਹਿਣਾ ਹੋਰ ਜ਼ੁਲਮ ਨਹੀਂ ਸਹਿਣਾ ਭੰਨ ਦਿਓ ਗੰਦ ਨਗੀਨਾਂ ਦੇ ਹੁਕਮਰਾਨ ਤੁਸੀਂ ਬਣ ਜੇ ਬਣਨਾ ਮਾਲਕ ਬਣੋ ਜ਼ਮੀਨਾਂ ਦੇ ਬਣ ਜਾਓ ਹੁਕਮਰਾਨ ਤੁਸੀਂ ਬਣ ਜਾਓ ਮਾਲਕ ਬਣੋ ਜ਼ਮੀਨਾਂ ਦੇ ਇਹ ਬੱਲੂ ਜੀ ਸਾਡੇ ਇੰਗਲੈਂਡ ਦੀ ਧਰਤੀ ਤੋਂ ਜੋ ਗਏ ਹਨ ਉਹਨਾਂ ਨੇ ਗੀਤ ਕੱਢਿਆ ਕਿਉਂਕਿ ਅੱਜ ਇਲੈਕਸ਼ਨ ਦੀ ਦੌਰ ਆ ਕਿਉਂਕਿ ਇਲੈਕਸ਼ਨ ਦੇ ਬਾਰੇ ਵੀ ਸਾਡਾ ਫਰਜ਼ ਬਣਦਾ ਸੀ ਥੋੜ੍ਹਾ ਬਹੁਤਾ ਗੱਲ ਕਰੀਏ ਤੁਸੀਂ ਉਸ ਨੇ ਮੇਰਾ ਖਿਆਲ ਕਲਾਕਾਰ ਨੇ ਕੋਈ ਗੱਲ ਨਹੀਂ ਛੱਡੀ ਜਿਹੜੀ ਕਿ ਸਾਨੂੰ ਦੱਸਣ ਦੀ ਲੋੜ ਪਵੇ ਉਹਦੇ ਵਿੱਚ ਉਹਨਾਂ ਨੇ ਹਰੇਕ ਗੱਲ ਹੀ ਕਹਿ ਦਿੱਤੀ ਆ ਕਿੱਥੋਂ ਚੱਲ ਕੇ ਕਿੱਥੇ ਤੱਕ ਐਂਡ ਤੱਕ ਕਿੱਥੇ ਤੱਕ ਉਹਨੇ ਗੀਤ ਨੂੰ ਜਿਹੜਾ ਖਤਮ ਕੀਤਾ ਆ ਕਿ ਜਿਹੜੀ ਵੋਟ ਆ ਉਹ ਗਿਣਤੀ ਦੀ ਜਿੱਥੇ ਪਾਉਣੀ ਆ ਉਹਨਾਂ ਨੇ ਸਾਰਾ ਇਹ ਤੁਹਾਨੂੰ ਐਕਸਪਲੇਨ ਕਰ ਦਿੱਤਾ ਬਾਕੀ ਤੁਸੀਂ ਮਾਲਕ ਹੋ ਜਨ ਵੀ ਜਿਸ ਵੀ ਭੈਣ ਭਰਾ ਨੇ ਜਿੱਥੇ ਵੀ ਵੋਟ ਪਾਉਣੀ ਚਾਹੁੰਦੇ ਹੋ ਆਪ ਉਸ ਦੇ ਮਾਲਕ ਹੋ ਤੇ ਹਾਂਜੀ ਚੌਹਾਨ ਜੀ ਜਿਸ ਤਰ੍ਹਾਂ ਬਾਬਾ ਸਾਹਿਬ ਦੀ ਇਸ ਗੱਲ ਕਰਦੇ ਸੀ ਜਾਂ ਜੋਤੀ ਰਾਏ ਬਾਈ ਫੂਲੇ ਜੀ ਦੀ ਗੱਲ ਕਰਦੇ ਸੀ ਜਾਂ ਅਸੀਂ ਇਸ ਗੱਲ ਦੀ ਗੱਲ ਕਰਦੇ ਇਲੈਕਸ਼ਨ ਦੀ ਕੋਈ ਵੀ ਗੱਲ ਨੂੰ ਤੁਸੀਂ ਚੁੱਕ ਕੇ ਆਪਣੀ ਗੱਲ ਕਰ ਸਕਦੇ ਹੋ ਜੀ ਦੇਖੋ ਜੀ ਗੱਲ ਮੁੜ ਕਰਕੇ ਫਿਰ ਬਾਬਾ ਸਾਹਿਬ ਤੇ ਆਉਂਦੀ ਜੀ ਬਾਬਾ ਸਾਹਿਬ ਦੇ ਜਿਹੜੇ ਕਿ ਜਦੋਂ ਉਹਨਾਂ ਨੇ ਆਪਣੇ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਸੀ ਸਾਰੇ ਪਾਸਿਆਂ ਤੋਂ ਕਿਉਂਕਿ ਇਹੋ ਜਿਹਾ ਸਿਸਟਮ ਬਣ ਚੁੱਕਾ ਸੀਗਾ ਹਿੰਦੂ ਰਾਜ ਕਹਿ ਦਿਓ ਜਾਂ ਇਹੋ ਜਿਹਾ ਸਿਸਟਮ ਬਣਿਆ ਸੀ ਜੋ ਕਰਨਾ ਚਾਹੁੰਦੇ ਸੀ ਚਾਹੇ ਉਹ ਗਾਂਧੀ ਜੀ ਸਨ ਚਾਹੇ ਨਹਿਰੂ ਜੀ ਸਨ ਚਾਹੇ ਪਟੇਲ ਜੀ ਸਨ ਸਾਰਿਆਂ ਦਾ ਇੰਨਾ ਪ੍ਰੈਸ਼ਰ ਉਹਨਾਂ 'ਤੇ ਬਣਿਆ ਸੀ ਜੀ ਜੋ ਉਹਨਾਂ ਨੂੰ ਪਤਾ ਸੀ ਉਹ ਇਹ ਕਰਨ ਨਹੀਂ ਦੇਣਾ ਚਾਹੁੰਦੇ ਸੀ ਜਦੋਂ ਬਾਬਾ ਸਾਹਿਬ ਨੇ ਕਿਹਾ ਵੀ ਹਾਂ ਜਿਹੜੀ ਕਿ ਇੱਕ ਸਰਟਨ ਕਲਾਸ ਹੈ ਇੱਕ ਜਿਹੜਾ ਗਰੀਬ ਗੁਰਬਾ ਹੈ ਉਹ ਕਿਸ ਤਰੀਕੇ ਦੇ ਨਾਲ ਖੜਾ ਹੋਵੇਗਾ ਜੀ ਜੇ ਉਹਨਾਂ ਨੂੰ ਇਹ ਮੌਲਿਕ ਅਧਿਕਾਰ ਦਿੱਤੇ ਜਾਣਗੇ ਤਾਂ ਹੀ ਉਹ ਥੋੜ੍ਹਾ ਮੋਟਾ ਆਪਣਿਆਂ ਨੂੰ ਸਟਰਗਲ ਕਰਕੇ ਉਹ ਸਾਰਿਆਂ ਦੇ ਬਰਾਬਰ 'ਤੇ ਆ ਸਕਦਾ ਪਰ ਹਾਲੇ ਤੱਕ ਵੀ ਇੰਨੇ ਅਧਿਕਾਰ ਹੁੰਦਿਆਂ ਵੀ ਅੱਜ ਕੀ ਨਹੀਂ ਹੋ ਰਿਹਾ ਅੱਜ ਫੇਰ ਵੀ ਦਵਾਇਆ ਜਾ ਸਕਦਾ ਕੋਈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਉਹਨਾਂ ਨੂੰ ਪੂਰੇ ਹੱਕ ਦਿੱਤੇ ਨਹੀਂ ਜਾ ਰਹੇ ਕਿਉਂਕਿ ਇੱਕ ਢਾਂਚਾ ਇਸ ਤਰ੍ਹਾਂ ਖੜਾ ਅਮੀਰੀ ਗਰੀਬੀ ਦਾ ਇੰਨਾ ਪੜਾਅ ਪੈ ਗਿਆ ਜਿੱਥੇ ਬਾਬਾ ਸਾਹਿਬ ਨੇ ਹੱਕ ਦਿੱਤੇ ਵੀ ਅਸੀਂ ਜ਼ਮੀਨਾਂ ਲੈਣੀਆਂ ਅਸੀਂ ਸਾਨੂੰ ਕੀ ਕੋਲ ਆ ਗਈ ਕੋਲ ਲੈ ਲਈਏ ਹੈਲੋ ਜਗਦੇਵ ਜੀ ਹੈਲੋ ਜਗਦੇਵ ਜੀ ਜੈ ਗੁਰਦੇਵ ਭਾਜੀ ਜੈ ਗੁਰਦੇਵ ਜੈ ਭੀਮ ਮੈਂ ਟੋਨੀ ਬੰਗੜ ਬੋਲਦਾ ਜੀ ਬਰਮਿੰਘਮ ਤੋਂ ਹਾਂਜੀ ਟੋਨੀ ਜੀ ਅੱਛਾ ਸਭ ਤੋਂ ਪਹਿਲਾਂ ਤਾਂ ਜੀ ਜਿੰਨੇ ਆਜ਼ਾਦ ਟੀਵੀ ਦੇਖ ਰਹੇ ਦਰਸ਼ਕ ਇਹਨਾਂ ਨੂੰ ਮੇਰੇ ਵੱਲੋਂ ਸੁਨੇਹਾ ਦੇ ਦਿਓ ਕਿ ਅਗਲੇ ਮੰਗਲਵਾਰ 5 ਤੋਂ 6 ਆਪ ਕੀ ਫਰਮਾਇਸ਼ ਸ਼ੁਰੂ ਹੋ ਰਿਹਾ ਹੈ ਸੁਨੇਹਾ ਤੁਸੀਂ ਦੇ ਹੀ ਦਿੱਤਾ ਹਾਂ ਤੁਸੀਂ ਆਪੇ ਸੁਨੇਹਾ ਦੇ ਦਿਓ ਇੱਕ ਦੁਬਾਰਾ ਕਹਿ ਦਿਓ
ਅੱਛਾ ਮੈਂ ਕਿਹਾ ਫੇਰ ਵੀ ਤੁਸੀਂ ਜਿਹੜਾ ਚੰਗੀ ਤਰ੍ਹਾਂ ਕਹਿ ਰਹੇ ਹੋ ਨਾ ਕਿ ਆਪ ਦੀ ਫਰਮਾਇਸ਼ ਨਹੀਂ ਤੁਸੀਂ ਏਦਾਂ ਕਰੋ, ਨਹੀਂ 5 ਵਜੇ ਤੋਂ ਲੈ ਕੇ 6 ਵਜੇ ਤੱਕ ਨਹੀਂ ਬਾਬਾ ਸਾਹਿਬ ਦੇ ਗੀਤ ਦੀਆਂ 2 ਲਾਈਨਾਂ ਗਾ ਕੇ ਤੇ ਫੇਰ ਕਹੋ। ਅੱਛਾ ਨਹੀਂ ਉਹ ਵੀ ਕਹਿੰਦੇ ਆ, ਪਰ ਤੁਹਾਡਾ ਜਿਹੜਾ ਸਵਾਲ ਮੈਨੂੰ ਬੜਾ ਵਧੀਆ ਲੱਗਿਆ ਸੀਗਾ ਕਿ ਬਾਬਾ ਸਾਹਿਬ ਨੇ ਜਦੋਂ ਕਹਿੰਦੇ ਕਿ ਰਿਜ਼ਾਈਨ ਦਿੱਤਾ ਸੀਗਾ ਵੀ ਅੱਜ ਕੱਲ ਜਿਹੜੇ ਪ੍ਰਧਾਨ ਬਣੇ ਆ ਉਹ ਰਿਜ਼ਾਈਨ ਨਹੀਂ ਦਿੰਦੇ ਜੀ। ਭਾਜੀ ਉਹ ਗੱਲ ਪਤਾ ਕੀ ਆ, ਸਿੱਧੀ ਜੀ ਗੱਲ ਆ, ਬਾਬਾ ਸਾਹਿਬ ਨੂੰ ਲਾਲਚ ਨਹੀਂ ਸੀਗਾ ਕਿਸੇ ਚੀਜ਼ ਦਾ। ਠੀਕ। ਅੱਜ ਕੱਲ ਜਿਹੜੇ ਸਰਪੰਚ ਜਾਂ ਜਿਹੜੇ ਪ੍ਰਧਾਨ ਬਣਦੇ ਇਹਨਾਂ ਨੂੰ ਲਾਲਚ ਹੁੰਦਾ, ਨਹੀਂ ਤਾਂ ਇੰਨਾ ਕੁਝ ਹੋਣ ਤੋਂ ਬਾਅਦ ਰਿਜ਼ਾਈਨ ਦੇਣਾ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਜਿਹੜਾ ਲਾਲਚ ਆ ਉਹ ਰਿਜ਼ਾਈਨ ਦੇਣ ਨਹੀਂ ਦਿੰਦਾ ਇਹਨਾਂ ਨੂੰ। ਕੁਰਸੀ ਨਹੀਂ ਛੱਡਦੀ ਹੈਨਾ, ਕੁਰਸੀ ਨਹੀਂ ਛੱਡਦੀ। ਨਹੀਂ ਤਾਂ ਜਿਨ੍ਹਾਂ ਨੂੰ ਲਾਲਚ ਨਹੀਂ ਹੁੰਦਾ ਅਗਲਾ ਚੁੱਪ ਕਰਕੇ ਰਿਜ਼ਾਈਨ ਦੇ ਦਿੰਦਾ, ਕਹਿੰਦਾ ਦਫਾ ਕਰੋ, ਆਪਾਂ ਕੀ ਇਸ ਕੰਮ ਤੋਂ ਲੈਣਾ ਜੀ। ਠੀਕ ਹੈ ਨਾ ਜੀ। ਇਹ ਤੁਹਾਡੇ ਸਵਾਲ ਦਾ ਜਵਾਬ ਸੀ। ਬਾਕੀ ਜਿੰਨੇ ਆਪਣੇ ਮਹਿਮਾਨ ਆ ਇਹਨਾਂ ਦਾ ਬਹੁਤ ਬਹੁਤ ਸਵਾਗਤ ਆ। ਤੇ ਇੱਕ ਵਾਰੀ ਫੇਰ ਤੁਸੀਂ ਆਪ ਵੀ ਰਿਪੀਟ ਕਰ ਦਿਓ ਕਿ ਟਿਊਜ਼ਡੇ ਨੂੰ ਆਪਣਾ ਜਿਹੜਾ ਪ੍ਰੋਗਰਾਮ ਆਪਕੀ ਫਰਮਾਇਸ਼ ਦੁਬਾਰਾ ਸਟਾਰਟ ਹੋ ਰਿਹਾ ਆਜ਼ਾਦ ਟੀਵੀ ਦੇ। ਤੁਹਾਡੀ ਵੇਟ ਕਰਾਂਗੇ। ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ ਤੇ ਜੈ ਭੀਮ। ਲੈ ਦੇਖਿਆ 2 ਲਾਈਨਾਂ ਨਹੀਂ ਸੁਣਾਈਆਂ ਤੁਸੀਂ। ਚਲੋ ਅੱਛਾ ਲਾਈਨਾਂ ਰਹਿ ਗਈਆਂ ਵਿੱਚ। ਹਾਂਜੀ ਸੌਰੀ ਨਹੀਂ ਲਾਈਨਾਂ ਪਤਾ ਕੀ ਗੱਲ ਆ ਭਾਜੀ, ਗਾਣਾ ਕੰਪਲੀਟ ਹੋ ਚੁੱਕਾ ਹੈ। ਚਲੋ ਠੀਕ ਆ, ਓਕੇ ਥੈਂਕ ਯੂ ਜੀ। ਇਹ ਸਨ ਟੋਨੀ ਬੰਗੜ ਜੀ ਜਿਨ੍ਹਾਂ ਦਾ ਮੰਗਲਵਾਰ ਨੂੰ ਆਪ ਦੀ ਫਰਮਾਇਸ਼ ਜਿਹੜੀ ਚਾਲੂ ਹੋ ਰਹੀ ਆ ਆਜ਼ਾਦ ਟੀਵੀ ਦੇ ਉੱਤੇ, ਬਿਨਸ ਟੀਵੀ ਦੇ ਥਰੂ। ਹੈਲੋ ਜੈਗਦੇਵ ਜੀ। ਹਾਂਜੀ ਜੈ ਗੁਰਦੇਵ ਭਾਜੀ। ਜੈਗਦੇਵ ਹਾਂਜੀ ਭੈਣ ਜੀ। ਸਰਬਜੀਤ ਜੀ। ਹਾਂਜੀ ਸਰਬਜੀਤ ਬੋਲਦੀ ਭਾਜੀ ਇਟਲੀ ਤੋਂ। ਤੇ ਆਜ਼ਾਦ ਟੀਵੀ ਦੇਖਦੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਜੈ ਗੁਰਦੇਵ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਸਾਡੇ ਪਹਿਲਾਂ ਤਾਂ ਜੋਤੀ ਬਾਈ ਫੁੱਲੇ ਜੀ ਉਹਨਾਂ ਦੇ ਵੀ ਅਸੀਂ ਜਨਮ ਦਿਨ ਦੀ ਮੁਬਾਰਕ ਦਿੰਦੇ ਆ। ਸਾਡੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਬਾਬਾ ਸਾਹਿਬ ਜੀ, ਉਹਨਾਂ ਦਾ 14 ਅਪ੍ਰੈਲ ਨੂੰ ਸੰਡੇ ਵਾਲੇ ਦਿਨ ਆ ਰਿਹਾ ਹੈ ਜਨਮ ਦਿਨ। ਪੂਰੀ ਸਾਡੀ ਜਿੰਨੀ ਰਵਿਦਾਸੀਆ ਕੌਮ ਆ, ਜਿੰਨੀ ਵੀ ਇਸ ਵੇਲੇ ਸਾਨੂੰ ਸੁਣਦੇ ਪਏ ਆ, ਬਹੁਤ ਬਹੁਤ ਅਸੀਂ ਇਹਨਾਂ ਨੂੰ ਮੁਬਾਰਕ ਦਿੰਦੇ ਆ। ਔਰ ਇਹ ਵੀ ਮੈਸੇਜ ਦਿੰਦੇ ਆ ਵੀ ਕੋਸ਼ਿਸ਼ ਕਰੋ, ਜੋ ਉਹ ਸਾਨੂੰ ਮੈਸੇਜ ਦੇ ਕੇ ਗਏ ਆ, ਸਾਨੂੰ ਕਹਿ ਕੇ ਗਏ ਆ, ਆਪਣਾ ਪਰਿਵਾਰ ਸਾਡੀ ਕੌਮ ਲਈ ਸਾਡੇ ਸਮਾਜ ਲਈ ਵਾਰਿਆ ਆ, ਕੋਸ਼ਿਸ਼ ਕਰੀਏ ਵੀ ਉਹਨਾਂ ਦੇ ਦਿੱਤੇ ਹੋਏ ਮੈਸੇਜ ਨੂੰ ਅਮਲ ਵਿੱਚ ਲਿਆਈਏ। ਜੈਗਦੇਵ ਭਾਜੀ ਸੰਗਤ ਤੁਸੀਂ ਬਰਗਾਮੋ ਆ ਰਹੇ ਪ੍ਰੋਗਰਾਮ ਤੇ ਜੀ ਕਿ ਨਹੀਂ? ਉਹਨਾਂ ਨੇ ਵੀ ਮੈਸੇਜ ਦਿੱਤਾ ਆ ਟੀਵੀ ਦੇ ਉੱਤੇ? ਹਾਂਜੀ ਕੋਸ਼ਿਸ਼ ਕਰਾਂਗੇ ਜੀ, ਜ਼ਰੂਰ ਕੋਸ਼ਿਸ਼ ਕਰਾਂਗੇ ਪਹੁੰਚਣ ਦੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਹੈਲੋ ਜੈਗਦੇਵ ਜੀ। ਹੈਲੋ ਜੈ ਗੁਰਦੇਵ ਜੈ ਭੀਮ ਭਾਜੀ। ਮੈਂ ਸਤਿਆ ਰਤੂ ਬੋਲਦੀ ਬੋਲਵਾਂਟਨ ਤੋਂ। ਹਾਂਜੀ ਸਤਿਆ ਰਤੂ ਜੀ ਕੀ ਕਹਿਣਾ? ਹਾਂਜੀ ਮੈਂ ਕਿਹਾ ਬਾਬਾ ਸਾਹਿਬ ਦੀ ਸਭ ਨੂੰ ਅੱਜ ਦੇ ਦਿਨ ਤੇ, ਬਾਬਾ ਸਾਹਿਬ ਦੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਤੁਹਾਨੂੰ ਵੀ ਆਪਣੇ ਜਿੰਨੇ ਵੀਰ ਬੈਠੇ ਨਾਲ ਉਹਨਾਂ ਨੂੰ ਵੀ ਜੀ ਮੇਰੀ ਵੱਲੋਂ ਲੱਖ ਲੱਖ ਵਧਾਈ ਹੋਵੇ। ਮੈਂ ਇੱਕ ਛੋਟੀ ਜਿਹੀ ਕਵਿਤਾ ਬੋਲ ਦਿੰਨੀ ਛੇਤੀ ਛੋਟੀ। ਹਾਂਜੀ ਜੈ ਭੀਮ ਜੈ ਭਾਰਤ ਬੋਲੋ ਇਹ ਹਨ ਸਾਡੇ ਨਾਰੇ, ਜੈ ਭੀਮ ਜੈ ਭਾਰਤ ਜੀ ਗੱਜ ਕੇ ਬੋਲੋ ਇਹ ਹਨ ਸਾਡੇ ਨਾਰੇ। ਜੀ ਸੱਤਿਆ ਮੇ ਜੁਗਤੇ ਭੀਮ ਰਾਓ ਸੀ ਕਹਤੇ, ਸੱਚ ਤੋਂ ਬਲਿਹਾਰੇ, ਜੈ ਭੀਮ ਜੈ ਭਾਰਤ ਬੋਲੋ ਬੋਲੋ ਗੱਜ ਕੇ ਸਾਰੇ। ਕੌਮ ਦਾ ਕਰਕੇ ਗੰਢਣ, ਜਾਤ ਪਾਤ ਦਾ ਖੰਡਨ, ਭੀਮ ਨੇ ਬਚਨ ਵਿਚਾਰੇ, ਜੈ ਭੀਮ ਜੈ ਭਾਰਤ ਬੋਲੋ ਬੋਲੋ ਗੱਜ ਕੇ ਸਾਰੇ। ਹਰ ਕੋਈ ਵਿਦਿਆ ਪਾਵੇ, ਵਿਦਿਆ ਅਕਲ ਵਧਾਵੇ, ਕੌਮ ਦੇ ਬਣੋ ਮਨਾਰੇ, ਜੈ ਭੀਮ ਜੈ ਭਾਰਤ ਬੋਲੋ ਬੋਲੋ ਗੱਜ ਕੇ ਸਾਰੇ। ਆਪਣਾ ਧਰਮ ਜਾਣੋ, ਬੈਰੀ ਤਾਉ ਪਛਾਣੋ, ਵਿਖਾਵੋ ਹੱਥ ਕਰਾਰੇ, ਜੈ ਭੀਮ ਜੈ ਭਾਰਤ ਬੋਲੋ ਬੋਲੋ ਗੱਜ ਕੇ ਸਾਰੇ। ਸੌਰੀ ਭੈਣ ਜੀ। ਅੱਛਾ ਹਾਂਜੀ ਚਲੋ ਹਾਂਜੀ ਸੌਰੀ ਹੁਣ ਚੱਲ ਗਏ। ਸੌਰੀ ਜੀ ਹਾਂਜੀ ਸੌਰੀ। ਹੈਲੋ ਜੈਗਦੇਵ ਜੀ। ਅੱਛਾ ਦੇ ਭੈਣ ਜੀ ਸੱਤਿਆ ਰਤੂ ਜੀ ਉਹਨਾਂ ਨੇ ਦੇਖੋ ਉਹਨਾਂ ਦੇ ਆਪਣੇ ਜਜ਼ਬਾਤ ਹਨ, ਉਹਨਾਂ ਨੇ ਕਵਿਤਾ ਲਿਖਦੇ ਹਨ ਅਤੇ ਉਹ ਪਹਿਲਾਂ ਤੋਂ ਹੀ ਟੀਵੀ ਦੇ ਨਾਲ ਜੁੜੇ ਹੋਏ ਹਨ। ਅਤੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿਹੜੇ ਟੀਵੀ ਨਾਲ ਜੁੜੇ ਸੀ ਕਿਹੜੇ ਨਾਲ ਨਹੀਂ, ਉਹ ਪਹਿਲਾਂ ਤੋਂ ਹੀ ਸਾਡੇ ਨਾਲ ਜੁੜੇ ਹੋਏ, ਸਾਡੇ ਪ੍ਰੋਗਰਾਮ ਦੇ ਨਾਲ, ਕੌਮ ਦੀ ਸੋਚ ਦੇ ਨਾਲ। ਅਤੇ ਇਸ ਦੇ ਵਿੱਚ ਉਹ ਸਦਾ ਹੀ ਆਪਣੀ ਹਾਜ਼ਰੀ ਲਾਉਂਦੇ ਹਨ। ਅਤੇ ਇਸ ਤਰ੍ਹਾਂ ਸਾਡੀਆਂ ਭੈਣਾਂ ਜੇ ਅੱਗੇ ਆਉਣਗੀਆਂ ਤਾਂ ਜਿਹੜੇ ਸਾਡੇ ਗਾਂਹ ਵਾਲੀ ਜਨਰੇਸ਼ਨ ਹੈ, ਬੱਚਿਆਂ ਦੀ ਜਨਰੇਸ਼ਨ ਆ, ਉਹਨਾਂ ਨੂੰ ਵੀ ਹੌਸਲਾ ਅਫਜ਼ਾਈ ਹੁੰਦੀ ਆ। ਅਤੇ ਤੁਸੀਂ ਚੌਹਾਨ ਜੀ ਜਿਹੜੀ ਗੱਲ ਤੁਸੀਂ ਕਰਦੇ ਸੀ ਉਹਨੂੰ ਪੂਰੀ ਕਰ ਲਓ ਜਦ ਤੇ ਕਾਲ ਦੇ ਵਿੱਚ। ਹਾਂਜੀ ਦੇਖੋ ਜੀ ਅੱਜ ਸਾਨੂੰ ਜਿਹੜੀ ਕਿ ਸਾਡੀ ਪਹਿਲੀ ਮਾਨਸਿਕ ਅਵਸਥਾ ਬਣ ਚੁੱਕੀ ਹੈ ਜੀ, ਸਾਨੂੰ ਉਹ ਤੋਂ ਉੱਪਰ ਉੱਠਣਾ ਪਵੇਗਾ, ਕਿਉਂਕਿ ਬਾਬਾ ਸਾਹਿਬ ਨੇ ਜੋ ਸਾਨੂੰ ਕਿਹਾ ਸੀ ਉਹਨਾਂ ਤੋਂ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਅੱਜ ਦਾ ਮਾਹੌਲ ਜੋ ਕਰ ਰਿਹਾ, ਜੇ ਅਸੀਂ ਆਪਣੇ ਆਪ ਨੂੰ ਅੱਜ ਦੇ ਮਾਹੌਲ ਦੇ ਨਾਲ ਨਹੀਂ ਢਾਲਾਂਗੇ, ਅੱਜ ਦਾ ਸਿਸਟਮ ਦੇਖ ਕੇ ਉਹਨੂੰ ਚੈਲੰਜ ਨਹੀਂ ਕਰਾਂਗੇ, ਹੱਲਾ ਨਹੀਂ ਬੋਲਾਂਗੇ, ਅਤੇ ਉਸ ਤੋਂ ਬਾਅਦ ਅਸੀਂ ਫਿਰ ਬਿਲਕੁਲ ਮਾਰ ਖਾਵਾਂਗੇ। ਅਸੀਂ ਜਿੱਥੇ ਵੀ ਸਾਡੇ ਸੱਜਣ ਹਨ, ਜਿਹੜਾ ਕੋਈ ਕੌਮ ਲਈ ਕਿਹੜੀ ਵੀ ਪਾਰਟੀ ਹੈ, ਕੋਈ ਵੀ ਸੱਜਣ ਹੈ, ਸਾਡੇ ਇਹ ਸਾਰੇ ਟੈਸਟਡ ਹੋ ਚੁੱਕੇ ਹਨ। ਇਹ ਇਸ ਕਰਕੇ ਸਾਨੂੰ ਰਲ ਮਿਲ ਕੇ ਇਹ ਹੱਲਾ ਬੋਲੋ, ਹੱਲਾ ਨਹੀਂ ਬੋਲਾਂਗੇ ਅਸੀਂ ਫਿਰ ਉਸੇ ਤਰ੍ਹਾਂ ਬਾਬਾ ਸਾਹਿਬ ਨੇ ਜੇ ਇੰਨਾ ਸਾਨੂੰ ਅਧਿਕਾਰ ਦਿੱਤੇ, ਜ਼ਮੀਨਾਂ ਜਾਇਦਾਦਾਂ ਨੌਕਰੀਆਂ ਲੈ ਰਹੇ ਹਾਂ, ਉਹ ਅਸੀਂ ਕੌਮ ਲਈ ਵੀ ਕੁਛ ਕਰ ਸਕੀਏ। ਠੀਕ
ਧੰਨਵਾਦ ਜੀ। ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਚੌਹਾਨ ਜੀ ਹੁਣੀ ਗੱਲ ਕਿਹਾ ਕਿ ਬਾਬਾ ਸਾਹਿਬ ਜਦੋਂ ਆਏ, ਜਦੋਂ ਸੰਵਿਧਾਨ ਬਣਾਇਆ, ਜਾਂ ਬਾਬਾ ਸਾਹਿਬ ਉਹਨਾਂ ਦੀ ਜਿਹੜੀ ਸੋਚ ਸੀ, ਅਸੀਂ ਇੱਕ ਮੰਨ ਲਾ ਜਗ੍ਹਾ ਨਹੀਂ ਲੈ ਸਕਦੇ ਆਪਣੇ ਨਾਂ ਦੇ, ਪਿੰਡ ਦੇ ਜਗੀਰਦਾਰ ਦੇ ਨਾਂ ਤੇ ਜਾਂ ਲੰਬੜਦਾਰ ਦੇ ਜਾਂ ਦੂਸਰੀ ਕਾਸਟ ਦੇ ਨਾਂ ਤੇ ਉਹ ਲਾਉਣੀ ਪੈਂਦੀ ਸੀ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ? आपने सही कहा। आपने भी थोड़ी देर पहले कहा कि संविधान में इतनी सारी बातें लिखकर छोड़ी गई है। ये मैं या आप नहीं कह रहे, नहीं कह रहे, हमसे फैलाने नहीं, कुछ भी बात बरगला नहीं रहे, जो बात लिखी गई है। देखिए ना, अब फुले की भी बात, इन्होंने चौहान जी ने कहा कि मानसिकता बदलने की बात है जी। मानसिकता का सीधा संबंध आपके जागृति से है। फुले कॉल ले लिए। हाँ प्लीज। हेलो जगदेव जी। हेलो। हाँ जी सर जी, जय गुरुदेव, जय भीम, जय भारत जी। जय भीम जय भारत। बलवीर कलेर जी, हाँ जी की कहना? हाँ जी सर जी, थैंक यू आवाज पछाणन दा। होर किदा ठीक ठाक जी? सारे मेहमान भी स्टूडियो च आए, सारे मेरे लो जय भीम जय भारत। हाँ जी की कहना चाहते हो जी? बाबे दे बर्थडे ਦੀਆਂ ਸਾਰਿਆਂ ਨੂੰ ਐਡਵਾਂਸ ਵਿੱਚ ਲੱਖ ਲੱਖ ਵਧਾਈਆਂ। ਜਿੱਥੇ ਵੀ ਆਜ਼ਾਦ ਟੀਵੀ ਦੀ ਆਵਾਜ਼ ਜਾਂਦੀ ਹੈ ਜੀ ਜੀ, ਤੁਹਾਡਾ ਪ੍ਰੋਗਰਾਮ ਬਹੁਤ ਸ਼ਲਾਘਾਯੋਗ ਆ ਜੀ। ਤੇ ਜਿਹੜਾ ਤੁਸੀਂ ਗਾਣਾ ਲਾਇਆ ਪ੍ਰਵਿੰਦਰ ਬੱਲੂ ਦਾ, ਉਹ ਜ਼ਿਆਦਾ ਮਨ ਖੁਸ਼ ਕਰਤਾ ਜਰਾ ਜੀ। ਹੁਣ ਤਾਂ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਪਈ। ਹਾਂ ਨਹੀਂ ਸਹੀ ਗੱਲ ਆ। ਥੈਂਕ ਯੂ ਬਹੁਤ ਸੋਹਣਾ ਜੀ ਪ੍ਰੋਗਰਾਮ, ਬੜਾ ਵਧੀਆ ਜੀ, ਥੈਂਕ ਯੂ। ਧੰਨਵਾਦ ਜੀ ਬਲਵੀਰ ਕਲੇਰ ਜੀ ਜਿਹੜੇ ਸਨ ਤੇ ਜਿਨ੍ਹਾਂ ਨੇ ਬੱਲੂ ਦੇ ਗੀਤ ਦੀ ਸਿਫਤ ਕੀਤੀ ਆ, ਕਿਉਂਕਿ ਬੱਲੂ ਨੇ ਇੰਗਲੈਂਡ ਦੀ ਧਰਤੀ ਤੇ ਸਾਡੇ ਨਾਲ ਦਿਨ ਕੱਟੇ ਹਨ, ਗੁਜ਼ਾਰੇ ਹਨ। ਅਸੀਂ ਇਕੱਠਿਆਂ ਨਹੀਂ ਘੁੰਮੇ ਫਿਰੇ ਵੀ ਇੰਗਲੈਂਡ ਦੀ ਧਰਤੀ ਦੇ ਵਿੱਚ ਆ, ਲੇਕਿਨ ਜੋ ਉਸਦੇ ਜਜ਼ਬਾਤ ਸਨ ਉਸਨੇ ਉਸ ਗੀਤ ਦੇ ਰਾਹੀਂ ਤੁਹਾਡੇ ਸਾਹਮਣੇ ਰੂਬਰੂ ਕੀਤੇ ਹਨ। ਸਾਡਾ ਫਰਜ਼ ਬਣਦਾ ਉਸ ਦੇ ਉੱਤੇ ਵੀ ਧਿਆਨ ਦੇਈਏ। ਹਾਂਜੀ डॉक्टर साहब। तो मानसिकता का जो संबंध है, मानसिक बदलाव का संबंध आपकी जागृति से है। जागृति का संबंध अपने और पराये गैरों की पहचान से है। तो महात्मा फुले, महात्मा ज्योतिबा फुले, जिनको हम राष्ट्रपिता भी कहते हैं, वो हमारे पहले पुरखे थे आधुनिक भारत में, जिन्होंने ये अपने और गैरों की जो पहचान है वो करा दी। जब अगर आपके खुद में ही आपके दुश्मन है, हम जिसको हमारा देश समाज समझते हैं, जो लोग सिर्फ जब इलेक्शन की बात आती है तब हमको वो हिंदू बनाते हैं, तब हमको गैर मुसलमान बनाते हैं, और इस तरीके से वो वोटों का पोलराइजेशन करते हैं। तो ये राजनीति फुले को पता थी, बाद में बाबा साहब जी को पता थी, और इसीलिए बाबा साहब ने हमको वन मैन वन वोट और वन उसका वन वैल्यू दिया। लेकिन अब ये बात दूसरी है कि इस लोकशाही के सबसे बड़े तत्व को हम कितना समझ सके। अब ब्राह्मणी व्यवस्था ने ये कोशिश की कि ये तत्व हमको समझे ही ना, इसीलिए मैं पिछले बार भी एक हमारे प्रोग्राम में मिसाल दिया था कि सी राजगोपालाचारी, जिस दिन बाबा साहब ने ये वन मैन वन वोट वन वैल्यू का जो तत्व संविधान में डाला और ये पास हो गया डेलिब्रेशंस में, तो बाबा साहब बहुत खुश थे। तो सी राजगोपालाचारी ने पूछा कि बाबा साहब आप क्यों खुश हो? तो बाबा साहब कहने लगे कि मैं इसलिए खुश हूँ कि सदियों से मेरे लोगों को SC ST OBC जो बहुजन समाज है और औरतें जो है सारी, इन लोगों को जो हक नहीं था वो आज मैंने हक बहाल किया। लेकिन राजगोपालाचार्य ने कहा कि बोले लेकिन आपको जानते हो कि आपके जो गरीब लोग हैं ना, ये एक एक पैसे के लिए वोट भेज देंगे। बाबा साहब ने पलट कर जवाब दिया कि राजगोपालाचारी तुम भी ज्यादा खुश मत हो, जिस दिन मेरे लोगों को अपने हक का और अपने मत का, अपने वोट का अधिकार का महत्व समझेगा, उस दिन आपके जैसा भिखारी कोई नहीं होगा। तो मसला यह है कि वो जागृति को दबाना चाहते हैं, हमको जागृति बढ़ानी है। सारा मीडिया, प्रिंट मीडिया, सारे इंटेलेक्चुअल्स उनकी जो भी है उनके हाथ में है, वो छाए हुए हैं और वो झूठ को दबाकर बोल रहे हैं। इस परिस्थिति में हमको लोगों को संविधान के उनके हकों के बारे में बताना पड़ेगा। दूसरी बात, जब बाबा साहब की आती है तो बाबा साहब इज इक्वल टू SC या शेड्यूल कास्ट, ये जो इक्वेशन ब्राह्मणी व्यवस्था ने बनाया है इसको भी तोड़ना पड़ेगा। थोड़ी देर पहले मैंने बताया भारत के कुल आबादी के 52% OBC है जी, हाफ ऑफ द पॉपुलेशन वुमेन है और फिर SC ST है। तो ये कुल मिलाकर 85 से 90 के करीब तक की जो संख्या जाती है, इस व्यवस्था इन लोगों के लिए, इतनी पॉपुलेशन के लिए बाबा साहब ने हक और अधिकार दिए। फिर भी वो दबाकर झूठ कहते हैं और बाबा साहब को दलित करके एक कॉर्नर कर देते हैं। उसको बाबा साहब कहते थे कॉन्स्पिरेसी ऑफ साइलेंस। वो कॉन्स्पिरेसी इग्नोर करने की कॉन्स्पिरेसी वो आज भी जारी है। और इसलिए अगर हमको मानसिक व्यवस्था बदलनी है तो लोगों में जागृति फैलानी पड़ेगी और अपना कौन है गैर कौन है इसकी बात बतानी पड़ेगी। ठीक, ये उसके सिवाय नहीं हो सकता। हाँ जी चौहान जी। देखो जी, जिस तरह उन्होंने डॉक्टर साहब ने कहा भी, बाबा साहब ने कहा भी जो मेरे लोग जाग पे उस वेले सिस्टम चेंज हो जाएगा। ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜਿੱਥੇ ਮੈਨੂੰ ਇਹਨਾਂ ਦੀ ਗੱਲ ਤੋਂ ਗੱਲ ਚੇਤਾ ਆ ਗਈ, ਕਿਉਂਕਿ ਅਸੀਂ ਜਦੋਂ ਮੈਂ ਆਪਣੀ ਪੜ੍ਹਾਈ ਦੇ ਵੇਲੇ ਜਦੋਂ ਮੈਂ ਉਸ ਇੰਡੀਆ ਵਿੱਚ ਸੀ, ਵੀ ਜਦੋਂ ਸਾਡੇ ਲੋਕ ਜਾਗ ਪਏ, ਜਿੱਥੇ ਵੀ ਸਾਡੇ ਲੋਕਾਂ ਨੇ ਬਾਬਾ ਸਾਹਿਬ ਦੀ ਲਾਈਨ ਲੈ ਕੇ, ਬਾਬਾ ਸਾਹਿਬ ਦੀ ਸਿੱਖਿਆ ਲੈ ਕੇ ਐਜੂਕੇਸ਼ਨ ਵੱਲ ਧਿਆਨ ਦਿੱਤਾ, ਮੈਨੂੰ ਪਤਾ ਕਿ ਅਸੀਂ
ਹਾਲਾਂਕਿ ਸਾਰੇ ਹੀ ਕੋਈ ਤੁਸੀਂ ਪੰਚਾਇਤ ਦਾ ਇਲੈਕਸ਼ਨ ਨਹੀਂ ਲੜ ਸਕਦੇ ਸੀ, ਤੁਹਾਡੇ ਨਿਆਣੇ ਪੜ੍ਹ ਨਹੀਂ ਸਕਦੇ ਸੀ। ਅਸੀਂ ਆਪਣੇ ਇਲਾਕੇ ਦੇ ਪੰਚਾਇਤ ਦੇ ਇਲੈਕਸ਼ਨ ਵੀ ਲੜੇ ਔਰ ਵੱਧ ਤੋਂ ਵੱਧ ਪੜ੍ਹੇ ਵੀ, ਜਿਹੜੀ ਕਿ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਐਜੂਕੇਸ਼ਨ ਲਈ ਵੀ ਇਹ ਸਾਰੇ ਪਰਿਵਾਰਾਂ ਨੇ ਜਿੱਦਾਂ ਇਹਨਾਂ ਨੇ ਕਿਹਾ ਉਹ ਗੱਲ ਮੈਨੂੰ ਚੇਤਾ ਆ ਗਈ, ਮੈਂ ਆਪਣੇ 'ਤੇ ਨਹੀਂ ਲਿਆ ਰਿਹਾ ਵੀ ਜਦੋਂ ਵੀ ਅਸੀਂ ਇੱਕ ਆਪਣੇ ਆਪ ਨੂੰ ਇਸ ਲੈਵਲ 'ਤੇ ਲੈ ਆਵਾਂਗੇ ਉਸ ਵੇਲੇ ਅਸੀਂ ਇਹ ਫਾਈਟ ਕਰ ਸਕਦੇ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ 90-10% ਦਾ ਗੱਲ, ਇਸ ਵੇਲੇ 10% ਸਾਡੇ 'ਤੇ ਰਾਜ ਕਰ ਰਿਹਾ, ਇਹਦਾ ਮਤਲਬ ਹਾਲੇ ਅਸੀਂ ਲੋਕ ਜਾਗੇ ਨਹੀਂ। ਇਸ ਕਰਕੇ ਸਾਡੇ 'ਤੇ 10-15 ਜਾਂ 20% ਸਾਡੇ 'ਤੇ ਹਲੇ ਹਾਵੀ ਹੋਇਆ ਹੈ, ਰਾਜ ਕਰ ਰਿਹਾ ਹੈ। ਹਾਂ ਰਾਜ ਕਰ ਰਿਹਾ, ਇਹਦਾ ਮਤਲਬ ਹਲੇ ਅਸੀਂ ਜਾਗੇ ਨਹੀਂ। ਉਹਦੇ ਵਿੱਚ ਇਹ ਵੀ ਕਹਿ ਸਕਦੇ ਹਾਂ ਜਿੱਦਾਂ ਕਹਿੰਦੇ ਹਨ ਨਾ ਵੀ ਗੋਰਿਆਂ ਦੀ ਇੱਕ ਪਾਲਿਸੀ ਸੀ ਡਿਵਾਈਡ ਐਂਡ ਰੂਲ, ਹਾਲੇ ਵੀ ਅਸੀਂ ਡਿਵਾਈਡ ਐਂਡ ਰੂਲ ਦੀ ਪਾਲਿਸੀ ਦੇ ਅਧੀਨ ਕੰਮ ਕਰ ਰਹੇ ਹਾਂ। ਅਸੀਂ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਵੰਡ ਲਿਆ ਹੈ ਕਿ ਸਾਡੇ 'ਤੇ ਇਕੱਠੇ ਹੋਣ ਦਾ ਸਭ ਮੌਕਾ ਨਹੀਂ ਦਿੱਤਾ ਜਾ ਰਿਹਾ, ਸਾਨੂੰ ਇਕੱਠੇ ਕਰਨ ਹੋ ਹੀ ਨਹੀਂ ਰਿਹਾ। ਜਿੰਨਾ ਚਿਰ ਅਸੀਂ ਇਹ ਗੱਲ ਨੂੰ ਨਹੀਂ ਸਮਝਾਂਗੇ ਵੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਦੇਵਾਂਗੇ, ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹੋ ਜਿਹੇ ਹਨੇਰੇ ਦੇ ਵਿੱਚ ਸੁੱਟ ਕੇ ਜਾ ਰਹੇ ਹਾਂ, ਇਹੋ ਜਿਹੇ ਜੰਗਲ ਰਾਹ ਦੇ ਵਿੱਚ ਸੁੱਟ ਕੇ ਜਾ ਰਹੇ ਹਾਂ। ਜੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦਾ ਕੁਛ ਨਹੀਂ ਸੋਚਿਆ ਤੇ ਇਸ ਵੇਲੇ ਜਦੋਂ ਮਨੂ ਰਾਜ ਦੀ ਜਿਹੜੀ ਪਹਿਲੀਆਂ ਗੱਲਾਂ ਸੀ ਉਹ ਲਾਗੂ ਹੋ ਸਕਦੀਆਂ। ਇਸ ਕਰਕੇ ਜਾਗੋ, ਆਪਣੀ ਆਉਣ ਵਾਲੀ ਪੀੜ੍ਹੀ ਦਾ ਸੋਚੋ ਵੀ ਕਿਸ ਤਰੀਕੇ ਨਾਲ ਅਸੀਂ ਉਹੋ ਜਿਹੇ ਮਾਹੌਲ ਦੇ ਵਿੱਚ ਨਹੀਂ ਰਹਿਣਾ, ਬੱਚਿਆਂ ਲਈ ਕੁਛ ਕਰਕੇ ਜਾਣਾ ਹੈ। ਜੀ, ਇਹ ਜਿਸ ਤਰ੍ਹਾਂ ਚੌਹਾਨ ਜੀ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜਾ ਬਾਬਾ ਸਾਹਿਬ ਦਾ ਇੱਕ ਮਿਸ਼ਨ ਆ, ਇੱਕ ਹਰੇਕ ਇਨਸਾਨ ਦੇ ਅੰਦਰ ਜੋ ਰਵਿਦਾਸੀਆ ਹੈ ਜਾਂ ਬਾਬਾ ਸਾਹਿਬ ਦਾ ਪੈਰੋਕਾਰ ਹੈ, ਜੋ ਸੰਵਿਧਾਨ ਨੂੰ ਮੰਨਦਾ ਹੈ, ਉਸ ਦੇ ਅੰਦਰ ਇੱਕ ਲਾਵੇ ਦੀ ਤਰ੍ਹਾਂ ਹੈ। ਜਿਸ ਦਿਨ ਇਹ ਲਾਵਾ ਫੁੱਟੇਗਾ ਤੇ ਇਸ ਦੇ ਵਿੱਚ ਇਹ ਨਹੀਂਗਾ ਵੀ ਸਵਾਹ ਕੁਛ ਹੋਵੇਗਾ ਜੋ ਹੋਵੇਗਾ, ਲੇਕਿਨ ਉਸ ਵੇਲੇ ਸਾਰੀ ਹਕੂਮਤਾਂ ਬਾਬਾ ਸਾਹਿਬ ਦੀਆਂ ਜਿਹੜੀਆਂ ਕਈਆਂ ਗੱਲਾਂ ਸੰਵਿਧਾਨ ਦੇ ਅੰਦਰ ਉਹ ਫਿਰ ਲਾਗੂ ਹੋਣਗੀਆਂ। ਇਹ ਜਿਹੜਾ ਇੱਕ ਲਾਵਾ ਹੈ, ਇਹ ਚੰਗਿਆੜੀ ਆ ਜਿਹੜੀ ਜੰਗਲ ਦੇ ਵਿੱਚ, ਜਦੋਂ ਕਹਿੰਦੇ ਆ ਕਿ ਚੰਗਿਆੜੀ ਜਿਹੜੀ ਜੰਗਲ ਦੇ ਵਿੱਚ ਲੱਗ ਜਾਏ ਤਾਂ ਉਹ ਜੰਗਲ ਨੂੰ ਤਬਾਹ ਕਰ ਦਿੰਦੀ ਆ, ਇਹ ਇੱਕ ਲਾਵਾ ਆ ਜਿਹੜੇ ਸਾਡੇ ਸਮਾਜ ਦੇ ਵਿੱਚ ਦੱਬਿਆ ਪਿਆ ਆ। ਜਿਸ ਦਿਨ ਜਿਹੜਾ ਲਾਵਾ ਆ ਇਹ ਬਾਹਰ ਫੁੱਟੇਗਾ ਤੇ ਉਸ ਦੀ ਲਪੇਟ 'ਚ ਕੌਣ ਆਉਂਦਾ ਕੌਣ ਨਹੀਂ ਆਉਂਦਾ, ਕੌਣ ਬਚਦਾ ਤੇ ਕੌਣ ਨਹੀਂ ਬਚਦਾ, ਇਹ ਫਿਰ ਉੱਪਰ ਵਾਲਾ ਜਾਣਦਾ, ਜਾਂ ਇਹ ਜਿਹੜਾ ਸੰਵਿਧਾਨ ਆ ਉਹੀ ਜਾਣੇਗਾ ਬਈ ਕੌਣ ਰਾਜਾ ਹੈ ਤੇ ਕੌਣ ਭਿਖਾਰੀ ਆ। ਅਸੀਂ ਕੱਲ੍ਹ ਵੀ ਰਾਜੇ ਸੀ, ਬਾਬਾ ਸਾਹਿਬ ਨੇ ਕਿਹਾ ਕੱਲ੍ਹ ਜੋ ਜਾ ਚੁੱਕਾ ਅਸੀਂ ਗੁਲਾਮ ਸੀਗੇ, ਅੱਜ ਅਸੀਂ ਇੰਡੀਪੈਂਡੈਂਟ ਆਜ਼ਾਦ ਹਾਂ, ਕੱਲ੍ਹ ਜੋ ਆ ਰਿਹਾ ਅਸੀਂ ਹੁਕਮਰਾਨ ਬਣਨਾ ਹੈ। ਹੁਕਮਰਾਨ ਕਿੱਦਾਂ ਬਣਨਾ ਹੈ? ਜਿਸ ਤਰ੍ਹਾਂ ਅਸੀਂ ਕੱਲ੍ਹ ਕਰਦੇ ਹਾਂ ਸਾਰੇ ਤਿੰਨੇ ਭਰਾ ਅਸੀਂ ਕਿ ਅਸੀਂ ਜਿੰਨਾ ਚਿਰ ਸਾਡੀ ਯੂਨਿਟੀ, ਜਿਹੜੀ ਯੂਨਿਟੀ ਸਿਰਫ ਯੂਨਿਟੀ ਬੈਠ ਕੇ ਚਾਹ ਪਾਣੀ ਪੀਣ ਤੱਕ ਦੀ ਯੂਨਿਟੀ ਨਹੀਂ, ਵਿਆਹ ਸ਼ਾਦੀਆਂ ਕਰਨ ਦੀ ਯੂਨਿਟੀ ਨਹੀਂ, ਯੂਨਿਟੀ ਉਹ ਇੱਕ ਵੋਟ ਜਿਹੜੀ ਹੈ ਸਾਡਾ ਹੱਕ ਆ, ਉਸ ਮਤਦਾਨ ਦੇ ਵਿੱਚ ਪਾਉਣਾ ਆ। ਜਿੱਥੋਂ ਸਾਡਾ ਕੋਈ ਰਾਜਾ ਬਣ ਕੇ ਨਿਕਲੇ ਤਾਂ ਅਸੀਂ ਆਪਣੇ ਆਪ ਨੂੰ ਕਹਿ ਸਕਦੇ ਹਾਂ ਵਾਕਈ ਅਸੀਂ ਉਹਨਾਂ ਮਹਾਂਪੁਰਸ਼ਾਂ ਦੇ ਕਹੇ ਹੋਏ ਮਿਸ਼ਨ 'ਤੇ ਚੱਲਦੇ ਹਾਂ। ਨਹੀਂ ਤਾਂ ਅਸੀਂ ਪ੍ਰੋਗਰਾਮ ਕਰ ਲਿਆ, ਤੁਸੀਂ ਪ੍ਰੋਗਰਾਮ ਕਰ ਲਿਆ ਜਾਂ ਦੇਖ ਲੈ, ਉਸ ਦਾ ਕੋਈ ਫਰਕ ਨਹੀਂ, ਮਤਲਬ ਨਹੀਂ ਹੈਗਾ। ਅਤੇ ਬਾਬਾ ਸਾਹਿਬ ਦੀ ਜਿਹੜੀ ਉੱਚੀ ਅਕਲ ਉੱਚੇ ਸਿਧਾਂਤ ਵਾਲਾ, ਬੜੀ ਸੋਚ ਸੀ ਉਹਨਾਂ ਦੀ ਬਾਬਾ ਸਾਹਿਬ ਦੀ, ਉੱਚੀ ਅਕਲ ਉੱਚੇ ਸਿਧਾਂਤ ਵਾਲਾ ਸਾਡੀ ਨੀਵਿਆਂ ਦੀ ਉੱਚੀ ਕੁੱਲ ਕਰ ਗਿਆ, ਸਾਨੂੰ ਦੇ ਗਿਆ ਹੱਕ ਬਰਾਬਰੀ ਦੇ, ਹਿੰਦੂ ਲੋਕਾਂ ਦੀ ਫਟਕੜੀ ਫੁੱਲ ਕਰ ਗਿਆ। ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨ ਬਣਾ ਕੇ ਜਿਹੜਾ ਆ ਸਾਨੂੰ ਉਹਨੇ ਜਿਹੜਾ ਦਿੱਤਾ ਆ ਵੋਟ ਦਾ ਅਧਿਕਾਰ, ਬਹੁਤ ਇੱਕ ਵੱਡਾ ਅਧਿਕਾਰ ਆ, ਬਹੁਤ ਵੱਡਾ ਹੱਕ ਆ, ਜਿਸ ਦੇ ਨਾਲ ਅਸੀਂ ਕਿਸੇ ਨੂੰ ਵੀ ਕੁਰਸੀ 'ਤੇ ਬਿਠਾ ਸਕਦੇ ਹਾਂ ਅਤੇ ਕਿਸੇ ਨੂੰ ਵੀ ਲਾ ਸਕਦੇ ਹਾਂ। ਤੁਸੀਂ ਦੇਖਦੇ ਵੀ ਰਹੇ ਹੋ, ਠੀਕ ਆ, ਹਾਲੇ ਸਾਡੇ ਲੋਕਾਂ 'ਚੋਂ ਜਾਗਰਤੀ ਨਹੀਂ ਆਈ, ਲੇਕਿਨ ਉਹ ਟਾਈਮ ਦੂਰ ਨਹੀਂ ਹੈਗਾ ਅਤੇ ਜਾਗਰਤੀ ਆਏਗੀ, ਜ਼ਰੂਰ ਆਏਗੀ। ਕਹਿੰਦੇ ਹੁੰਦੇ ਹਨੇਰੇ ਤੋਂ ਬਾਅਦ ਜਦੋਂ ਸਵੇਰ ਹੁੰਦੀ ਆ, ਉਹ ਸੂਰਜ ਦੀ ਜਿਹੜੀ ਲਾਈਟ ਆ ਉਹ ਇੱਕ ਬਹੁਤ ਸੋਹਣੀ ਔਰ ਅਦਭੁਤ ਹੁੰਦੀ ਆ ਅਤੇ ਉਸ ਦਾ ਨਜ਼ਾਰਾ ਹੀ ਵੱਖਰਾ ਹੁੰਦਾ। ਹਾਂਜੀ डॉक्टर जी। तो आपकी बात थोड़ी देर पहले आपने कहा था कि हमको ज़मीन का टुकड़ा लेने का अधिकार नहीं था जी। राइट टू प्रॉपर्टी, राइट टू सेल्फ गवर्नमेंट, राइट टू एजुकेशन, राइट टू एक्सप्रेशन, ये जो फंडामेंटल राइट का जो इंफ्रास्ट्रक्चर बाबा साहब ने हमको दिया है, ये जो दिस इज आप थोड़ी देर पहले इन्होंने मौलिक अधिकार पर, मौलिक का मतलब होता है जो आपके पैदा होने से आपको मिलता है। ये जो फंडामेंटल राइट का जो प्रिंसिपल है, अमेरिका ने सबसे पहले जब अपने ब्रिटिश भाई लोगों से लड़कर जो एक अपना एक राष्ट्र पैदा किया, तो उन्होंने ये जो मौलिक अधिकार की संकल्पना सबसे पहले रखी थी। मौलिक अधिकार का मतलब होता है कि जब मैं एक व्यक्ति के तौर पर, इंसान के तौर पर पैदा होता हूँ, तो मेरे सर के ऊपर का आकाश, मैं जहाँ खड़ा रहता हूँ वो जमीन, वो सारा बराबर है। ये दैट इज द मौलिक फंडामेंटल राइट। ये फंडामेंटल राइट आधुनिक दुनिया में किसी भी व्यक्ति के लिए, सिटीजन के लिए, नागरिक के लिए बहुत इंपॉर्टेंट होते हैं। वो बाबा साहब ने दिए और लिख के रखा। इसीलिए वी द पीपल ऑफ इंडिया हियर बाय dedicate ourselves the sovereignty and the Republic India, अपना संविधान को समर्पित करते हैं। ये इसके पहले नहीं था। इसके पहले राजा जो बोलेगा वो होगा। हाँ, इसके पहले बाबा साहब खुद लिखते हैं कि संविधान सभा ने एक वोट का। हेलो जगदेव जी,
हेलो 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 जयदेव जी। जय भीम जी। हाँ जी, जय भारत। हाँ जी आपका समय बीर जी कौन थे कितों का ख्याल रखते हुए मैं 2-3 बातें कहना चाहता हूँ जी। जो आपने अभी अभी आपने बात की कि हमारी जो मानसिक ताकत है उसमें बदलाव आना चाहिए जी। तो मैं उसी के बारे में ही कहता हूँ। दलित समाज अपनी दलितपन की दास्तां से बाहर निकले, अपनी अलग सांस्कृतिक पहचान बनाए, तब ही उसकी गुलामी, अपमान, गरीबी से मुक्ति संभव है। ये एक बड़ा सामाजिक दुख है कि करोड़ों की गिनती में रह करके भी भारत में दलितों का जन आंदोलन खड़ा नहीं हो रहा। उसकी कोई अलग पहचान नहीं। राष्ट्रीय आंदोलन में उनकी कोई जगह ना होने के कारण उन्हें सम्मानित दर्जा नहीं है। दलित समाज अपनी हिंदू धर्मीय दास्तां और जातीय मानसिकता से ऊपर उठकर अपनी सांस्कृतिक पहचान कायम करे, जन आंदोलन के लिए संगठित हो। इसी के साथ ही नवजागरण की शुरुआत हो। धन्यवाद। धन्यवाद जी भाई साहब जी। तो ਤੁਹਾਡੇ जो विचार सन बहुत ही काबिले तारीफ है। साडा हुण टाइम हो चुका है तो असी लास्ट के उत्ते हाँ तो अगले हफ्ते तक सानू इजाजत दिओ। रब रखा, जिंदे रहे तो फिर मिलांगे। जय गुरुदेव। धन कदे।